किच कहिए टीवी चैनल दे तमाम दर्शकों ਨੂੰ प्यार भरी सत श्री अकाल जी। दर्शकों, अज साडी चर्चा का विषय होएगा सिख बीबियां दे ध्यान हित कुछ गल्लां। जिवें कि असीं सारे जानते हाँ कि वेदां शास्त्रां विच नाथ बाणी विच हर थां ते औरत दी प्रत्सना ही हुई है, उसनूं निंदिया ही गया है। जे तुलसीदास कहते ने कि ढोल गंवार शूदर पशु नारी ये सब ताड़न के अधिकारी, ते नाथ योगी कहते ने दाम काट बागन ले आया बाहों कहे मेरा पूत ब्याहया। ਤਾਂ ਉਸ ਸਮੇਂ ਦੇ ਵਿੱਚ ਔਰਤ ਦੀ ਸਥਿਤੀ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਬੁਰੀ ਸੀ। ਵੈਸੇ ਤਾਂ ਅੱਜ ਵੀ ਪੂਰੀ ਤਰ੍ਹਾਂ ਸੁਧਰੀ ਨਹੀਂ ਹੈ, ਲੇਕਿਨ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੋ ਗੁਰਬਾਣੀ ਦੇ ਮਹਾਵਾਕ ਦੇ ਅਨੁਸਾਰ ਮਿਲਦਾ ਹੈ। ਉਹ ਕਹਿੰਦੇ ਨੇ ਪੰਡ ਮੂਆ ਪੰਡ ਪਾਲੀਏ, ਪੰਡ ਹੋਵੇ ਬਧਾਨ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਤਾਂ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਕਿ ਜਿਸ ਦੀ ਕੁੱਖੋਂ ਰਾਜੇ ਜਨਮ ਲੈਂਦੇ ਨੇ ਉਸ ਨੂੰ ਮੰਦਾ ਕਿਉਂ ਕਿਹਾ ਜਾਵੇ। ਪਰ ਅੱਜ ਵੀ ਦੇਖਦੇ ਹਾਂ ਕਿ ਔਰਤ ਕਿਤੇ ਕੁੱਖ ਵਿੱਚ ਬੱਚੀ ਮਾਰੀ ਜਾ ਰਹੀ ਹੈ, ਕਿਤੇ ਛੋਟੀਆਂ ਬੱਚੀਆਂ ਦੇ ਬਲਾਤਕਾਰ ਹੋ ਰਹੇ ਆ, ਛੋਟੀਆਂ ਤੋਂ ਲੈ ਕੇ 90 ਸਾਲ ਦੀਆਂ ਔਰਤਾਂ ਤੱਕ ਨਹੀਂ ਬਖਸ਼ੀਆਂ ਜਾ ਰਹੀਆਂ। ਤਾਂ ਕਿਤੇ ਔਰਤ ਦੀ ਸਥਿਤੀ ਜਿਹੜੀ ਆਰਥਿਕ ਪੱਖੋਂ ਬੜੀ ਕਮਜ਼ੋਰ ਹੈ। ਇਹਨਾਂ ਸਾਰੀਆਂ ਹੀ ਸਥਿਤੀਆਂ ਨੂੰ ਵਾਚਦਿਆਂ ਮੇਰੇ ਹਿਸਾਬ ਨਾਲ ਜਦੋਂ ਅਸੀਂ ਜ਼ਿਆਦਾ ਧਿਆਨ ਨਾਲ ਦੇਖੀਏ ਤਾਂ ਇਸ ਸਮਾਜ ਦੇ ਵਿੱਚ ਔਰਤ ਦੀ ਸਥਿਤੀ ਕਿੱਥੇ ਖੜੀ ਹੈ, ਉਸ ਦੇ ਵਿੱਚ ਸਾਡੀ ਔਰਤ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਲੱਗਦੀ ਹੈ। ਤਾਂ ਅੱਜ ਮੈਂ ਉਹਨਾਂ ਹੀ ਕੁਝ ਕਮੀਆਂ ਦੇ ਬਾਰੇ 'ਚ ਚਰਚਾ ਕਰਨ ਜਾ ਰਹੀ ਹਾਂ ਕਿ ਸਾਡੀ ਔਰਤ ਕਿੱਥੇ ਕਮਜ਼ੋਰ ਪੈ ਰਹੀ ਹੈ। ਸਭ ਤੋਂ ਪਹਿਲਾ ਪ੍ਰਸ਼ਨ ਤਾਂ ਔਰਤ ਦੀ ਆਪਣੀ ਹੋਂਦ ਦਾ ਹੀ ਹੈ, ਸਵੈ ਹੋਂਦ ਦਾ। ਕਾਰਨ ਕਿ ਔਰਤ ਆਪਣੀ ਸਵੈ ਹੋਂਦ ਪ੍ਰਤੀ ਜਾਗਰੂਕ ਨਾ ਹੋਣ ਕਰਕੇ ਇੱਥੇ ਮੁੰਡਿਆਂ ਤੇ ਕੁੜੀਆਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਅਸਾਵਾਂਪਣ ਆ ਰਿਹਾ ਹੈ। ਉਹ ਅਸਾਵਾਂਪਣ ਜਦੋਂ ਅਸੀਂ ਕੁੜੀਆਂ ਨੂੰ ਕੁੱਖ ਵਿੱਚ ਮਾਰਨ ਲਈ ਉਤਸੁਕ ਹੋ ਜਾਂਦੇ ਹਾਂ, ਤਿਆਰ ਹੋ ਜਾਂਦੇ ਹਾਂ, ਤਾਂ ਉਹ ਵੱਧਦਾ ਹੀ ਜਾਏਗਾ। ਉਹ ਪਾੜਾ ਵਧਣ ਦੇ ਨਾਲ ਜਦੋਂ ਇਹ ਅਸਾਵਾਂਪਣ ਹੋਰ ਵਧੇਗਾ ਤਾਂ ਔਰਤ ਦੀ ਸਥਿਤੀ ਹੋਰ ਵੀ ਅਣਸੁਖਾਵੀਂ ਹੋ ਸਕਦੀ ਹੈ। ਕਿਉਂਕਿ ਹੁਣ ਜੇ ਔਰਤ ਦੀ ਸਥਿਤੀ ਥੋੜੀ ਜਿਹੀ ਔਰਤ ਦੀ ਗਿਣਤੀ ਥੋੜੀ ਜਿਹੀ ਘੱਟ ਹੈ, ਤਾਂ ਉਸ ਘੱਟ ਗਿਣਤੀ ਦੇ ਹੁੰਦਿਆਂ ਮਰਦ ਜਿਹੜੇ ਹੈਗੇ ਨੇ ਜਿੱਥੇ ਵੀ ਕੁੜੀ ਨੂੰ ਕੱਲਿਆਂ ਕਾਰਨ ਦੇਖਦੇ ਆ, ਉੱਥੇ ਹੀ ਉਸ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਆ, ਉਸ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਆ। ਮੈਂ ਸਾਰੇ ਮਰਦਾਂ ਦੀ ਗੱਲ ਨਹੀਂ ਕਰ ਰਹੀ, ਪਰ ਕੁਝ ਅਸਮਾਜਿਕ ਅਨਸਰ ਇਸ ਤਰ੍ਹਾਂ ਦੇ ਹੀ ਹੈਗੇ ਨੇ ਜਿਹੜੇ ਮੌਕੇ ਦੀ ਤਾਕ ਵਿੱਚ ਰਹਿੰਦੇ ਨੇ। ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਜਿਵੇਂ ਵੀ ਹੈ ਆਪਣੀ ਔਰਤ ਦੀ ਹੋਂਦ ਪ੍ਰਤੀ ਸੁਚੇਤ ਹੋਣ, ਜਾਗਰੂਕ ਹੋਣ। ਇਹ ਠੀਕ ਹੈ ਕਿ ਕੁੜੀ ਨੂੰ ਪਾਲਣ ਵਾਸਤੇ, ਉਸ ਦੀ ਸੇਵਾ ਸੰਭਾਲ ਕਰਨ ਵਾਸਤੇ, ਉਸ ਦੀ ਰੱਖਿਆ ਕਰਨ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਾਧਨ ਵਰਤਣੇ ਪੈਣਗੇ, ਬਹੁਤ ਜ਼ਿਆਦਾ ਸੁਚੇਤ ਹੋਣਾ ਪਏਗਾ। ਪਰ ਭੈਣੋ, ਇੱਕ ਗੱਲ ਯਾਦ ਰੱਖਿਓ ਕਿ ਜੇ ਅਸੀਂ ਇਸ ਤਰ੍ਹਾਂ ਡਰਦੀਆਂ ਰਹੀਆਂ ਤਾਂ ਅਸੀਂ ਆਪਣੀ ਭਾਵੀ ਪੀੜ੍ਹੀ ਦੀਆਂ ਜਿਹੜੀਆਂ ਔਰਤਾਂ ਹੋਣਗੀਆਂ ਉਹਨਾਂ ਵਾਸਤੇ ਹੋਰ ਵੀ ਬੁਰੀ ਦਸ਼ਾ ਸਿਰਜ ਰਹੀਆਂ ਹੋਣਗੀਆਂ। ਤਾਂ ਫਿਰ ਕਰਨਾ ਕੀ ਚਾਹੀਦਾ? ਔਰਤ ਨੂੰ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਕਦੇ ਵੀ ਹਿਚਕਚਾਉਣਾ ਨਹੀਂ ਚਾਹੀਦਾ। ਚਾਹੇ ਉਹਨੂੰ ਕਿੰਨੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਏ, ਉਸ ਨੂੰ ਬੱਚੀਆਂ ਨੂੰ ਜਨਮ ਦੇਣਾ ਚਾਹੀਦਾ ਹੈ। ਜਨਮ ਦੇਣ ਤੋਂ ਬਾਅਦ ਉਸ ਦੀ ਪਾਲਣਾ ਆਪਣੇ ਪੁੱਤਾਂ ਵਾਂਗ ਹੀ ਕਰਨੀ ਚਾਹੀਦੀ। ਮੈਂ ਇਹ ਕਦੇ ਨਹੀਂ ਕਹਾਂਗੀ ਕਿ ਉਸ ਨੂੰ ਪੁੱਤ ਕਹੋ, ਕਿਉਂਕਿ ਪੁੱਤ ਕਹਿਣ ਦਾ ਮਤਲਬ ਹੈ ਕਿ ਅਸੀਂ ਕੁੜੀ ਨੂੰ ਕੁੜੀ ਨਹੀਂ ਪੁੱਤ ਮੰਨਿਆ, ਤੇ ਜਿਹੜਾ ਪੁੱਤ ਹੈ ਉਹਨੂੰ ਅਸੀਂ ਉੱਚਾ ਦਰਜਾ ਫੇਰ ਦੇ ਦਿੱਤਾ। ਔਰਤ ਨੂੰ ਕੁੜੀ ਤੇ ਮੁੰਡੇ ਨੂੰ ਮੁੰਡੇ ਵਜੋਂ ਹੀ ਪਾਲਣਾ ਪਏਗਾ। ਪਰ ਇੱਕ ਚੀਜ਼ ਦਾ ਧਿਆਨ ਰੱਖ ਕੇ ਕਿ ਜਿੱਥੇ ਉਹ ਧੀ ਨੂੰ ਬੰਦਸ਼ਾਂ 'ਚ ਰਹਿਣਾ ਸਿਖਾਉਂਦੀ ਹੈ, ਉੱਥੇ ਧੀ ਤੇ ਬੰਦਸ਼ਾਂ ਥੋੜ੍ਹੀਆਂ ਘੱਟ ਲਾਵੇ। ਜਿੱਥੇ ਪੁੱਤ ਨੂੰ ਖੁੱਲ੍ਹ ਦਿੰਦੀ ਹੈ, ਉੱਥੇ ਪੁੱਤ ਨੂੰ ਖੁੱਲ੍ਹ ਥੋੜ੍ਹੀ ਘੱਟ ਦੇਵੇ। ਧੀ ਨੂੰ ਸਮਝਾਉਂਦੀ ਹੈ ਕਿ ਤੂੰ ਘਰ ਦਾ ਰਸੋਈ ਦਾ ਸਾਰਾ ਕੰਮ ਕਰਨਾ ਹੈ, ਉਸੇ ਤਰ੍ਹਾਂ ਪੁੱਤ ਨੂੰ ਵੀ ਬਰਾਬਰ ਸਾਰਾ ਘਰ ਦਾ ਰਸੋਈ ਦਾ ਕੰਮ ਸਿਖਾਵੇ। ਰਸੋਈ ਦਾ ਨਹੀਂ, ਬਲਕਿ ਕੱਪੜੇ ਧੋਣੇ, ਸਾਫ਼ ਸਫਾਈ ਕਰਨੀ, ਈਚ ਐਂਡ ਐਵਰੀਥਿੰਗ, ਹਰ ਇੱਕ ਚੀਜ਼ ਜੋ ਘਰੇਲੂ ਔਰਤ ਕਰਦੀ ਹੈ ਉਸ ਦੇ ਵਿੱਚ
ਪੁੱਤਾਂ ਦੀ ਭਾਗੀਦਾਰੀ ਹੋਣਾ ਲਾਜ਼ਮੀ ਬਣਾਵੇ। ਜੇ ਕੁੜੀ ਨੂੰ ਕਹਿੰਦੀ ਹੈ ਕਿ ਬਹੁਤਾ ਹਨੇਰੇ ਹੋਏ ਘਰ ਨਹੀਂ ਆਉਣਾ, ਤਾਂ ਪੁੱਤ ਨੂੰ ਵੀ ਬਰਾਬਰ ਕਹੇ ਕਿ ਪੁੱਤ ਜਦੋਂ ਇੰਨਾ ਟਾਈਮ ਹੋ ਗਿਆ ਤਾਂ ਹਰ ਹਾਲਤ 'ਚ ਘਰ ਚਾਹੀਦਾ ਹੈ। ਇਸੇ ਤਰ੍ਹਾਂ ਜੇ ਕੁੜੀ ਨੂੰ ਸਮਝਾਉਂਦੀ ਹੈ ਕਿ ਤੂੰ ਗਲਤ ਪਾਸੇ ਨਹੀਂ ਜਾਣਾ, ਕਿਸੇ ਮੁੰਡੇ ਵੱਲ ਨਹੀਂ ਤੱਕਣਾ, ਕਿਸ ਤਰ੍ਹਾਂ ਦੇ ਨਾਲ ਗਲਤੀਆਂ ਵਾਲੇ ਪਾਸੇ ਆਪਣੇ ਚਰਿੱਤਰ ਦੇ ਉੱਤੇ ਦਾਗ ਨਹੀਂ ਲਾਉਣਾ, ਤੂੰ ਪਿਓ ਦੀ ਪੱਗ ਸੰਭਾਲਣੀ ਹੈ। ਇਸੇ ਤਰ੍ਹਾਂ ਮੁੰਡੇ ਨੂੰ ਵੀ ਸਮਝਾਵੇ ਕਿ ਪੁੱਤ ਤੂੰ ਮੇਰੀ ਚੁੰਨੀ ਦੀ ਲਾਜ ਰੱਖਣੀ ਹੈ, ਤੂੰ ਬਾਹਰਲੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹਨਾਂ ਦੀ ਪੂਰੀ ਇੱਜ਼ਤ ਕਰਨੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਦਾ ਮਹਾਵਾਕ ਨੂੰ ਦ੍ਰਿੜ ਕਰਵਾਉਣ, ਤੇ ਇਸ ਤਰੀਕੇ ਨਾਲ ਪੁੱਤ ਦੀ ਪਾਲਣਾ ਕਰਦਿਆਂ ਹੋਇਆਂ ਪੁੱਤ ਤੇ ਧੀ ਨੂੰ ਇੱਕੋ ਜਿਹੀ ਨਜ਼ਰ ਨਾਲ ਦੇਖਦਿਆਂ ਹੋਇਆਂ ਉਹਨਾਂ ਦੇ ਖਾਣ ਪਾਣ ਦਾ ਇੱਕੋ ਜਿਹਾ ਧਿਆਨ ਰੱਖਣਾ, ਉਹਨਾਂ ਦੇ ਪਾਲਣ ਪੋਸ਼ਣ ਦਾ ਪਹਿਨਣ ਕਰਨ ਦਾ ਸਾਰਾ ਧਿਆਨ ਬਰਾਬਰ ਦਾ ਰੱਖਿਆ ਜਾਵੇ। ਬਰਾਬਰ ਦੇ ਮੌਕੇ ਕੁੜੀ ਨੂੰ ਵੀ ਪੜ੍ਹਨ ਲਈ ਦਿੱਤੇ ਜਾਣ, ਬਰਾਬਰ ਦੇ ਮੌਕਿਆਂ ਦੇ ਉੱਤੇ ਉਹਨੂੰ ਨੌਕਰੀ ਕਰਨ ਵਾਸਤੇ ਤਿਆਰ ਕੀਤਾ ਜਾਵੇ, ਜੌਬ ਕਰਨ ਵਾਸਤੇ ਤਿਆਰ ਕੀਤਾ ਜਾਵੇ। ਜੇ ਵਪਾਰ ਵਾਲੇ ਪਾਸੇ ਬਿਜ਼ਨਸ ਵਾਲੇ ਪਾਸੇ ਵੀ ਭੇਜਣਾ ਹੈ ਤਾਂ ਬਰਾਬਰ ਧੀ ਨੂੰ ਵੀ ਭੇਜਿਆ ਜਾਵੇ। ਤਾਂ ਇਹਨਾਂ ਗੱਲਾਂ ਦੇ ਮੱਦੇਨਜ਼ਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਪਣੀ ਹੋਂਦ ਪ੍ਰਤੀ ਸੁਚੇਤ ਹੋਣਾ ਅੱਜ ਦੀ ਸਿੱਖ ਨਾਰੀ ਦਾ ਪਹਿਲਾ ਕਰਤੱਵ ਬਣ ਜਾਂਦਾ। ਸੋ ਸਿੱਖ ਨਾਰੀ ਨੂੰ ਪਹਿਲੀ ਗੱਲ ਤਾਂ ਇਹ ਸੋਚਣੀ ਪਏਗੀ। ਦੂਜੀ ਗੱਲ ਉਸਦੀ ਹੈ ਕਿ ਉਹ ਵਹਿਮਾਂ ਭਰਮਾਂ ਦੇ ਵਿੱਚ ਬਹੁਤ ਜ਼ਿਆਦਾ ਗ੍ਰਸੀ ਹੋਈ। ਅੱਜ ਮੰਗਲਵਾਰ ਹੈ, ਅੱਜ ਅਸੀਂ ਕੇਸ ਨਹੀਂ ਧੋਣੇ, ਅੱਜ ਵੀਰਵਾਰ ਹੈ, ਅੱਜ ਅਸੀਂ ਕਿਤੇ ਬਾਹਰ ਨਹੀਂ ਜਾਣਾ, ਜੇ ਅਸੀਂ ਬਾਹਰ ਗਏ ਹਾਂ ਤਾਂ ਅਸੀਂ ਉਸੇ ਵੇਲੇ ਬਾਹਰੋਂ ਘਰ ਵਾਪਸ ਆ ਜਾਣਾ, ਕਿਤੇ ਬਾਹਰ ਰਾਤ ਨਹੀਂ ਰਹਿਣਾ। ਮੰਗਲ ਨਾਤੀ ਜੱਟੀ ਨਾ ਕਰ ਵੱਛੀ ਨਾ ਕਰ ਕੱਟੀ। ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਵਹਿਮ। ਅਸੀਂ ਵਾਰ ਨੂੰ ਅਸੀਂ ਜਿਹੜਾ ਹੈ ਕਿਸੇ ਦੇ ਘਰ ਅਫਸੋਸ ਕਰ ਨਹੀਂ ਜਾਣਾ ਕਿ ਬਾਰ-ਬਾਰ। ਇਸੇ ਤਰ੍ਹਾਂ ਸੋਮਵਾਰ ਦੇ ਨਾਲ ਜੋੜਿਆ ਹੋਇਆ ਕਿ ਸੋਮਵਾਰ ਜਿਹੜਾ ਚੜ੍ਹਦੇ ਹਫਤੇ ਦਾ ਦਿਨ ਹੁੰਦਾ, ਇਸ ਵਾਸਤੇ ਸੋਮਵਾਰ ਨੂੰ ਵੀ ਅਫਸੋਸ ਕਰ ਨਹੀਂ ਜਾਣਾ। ਕਿਉਂ ਆਖੇ ਸੋਮਵਾਰ ਨੂੰ ਜੇ ਅਫਸੋਸ ਕਰੋ ਤਾਂ ਬਾਰ-ਬਾਰ ਉਹਨਾਂ 'ਤੇ ਇਸ ਤਰ੍ਹਾਂ ਦੀ ਗੱਲ ਪੈਂਦੀ ਹੈ ਅਤੇ ਬਾਰ-ਬਾਰ ਅਫਸੋਸ ਕਰਨਾ ਆਉਣਾ ਪੈਂਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਦਿਲ ਦਿਮਾਗ ਦੇ ਵਿੱਚੋਂ ਕੱਢ ਦੇਣਾ ਚਾਹੀਦਾ, ਕਿਉਂਕਿ ਪਰਮਾਤਮਾ ਨੇ ਜੋ ਕ੍ਰੀਏਸ਼ਨ ਕੀਤੀ ਹੈ, ਜੋ ਬਣਾਇਆ ਹੈ, ਸਭ ਇੱਕੋ ਜਿਹਾ ਬਣਾਇਆ। ਜੇ ਹਫਤੇ ਦੇ 7 ਦਿਨ ਨੇ ਤਾਂ 7 ਦਿਨ ਹੀ ਇੱਕੋ ਜਿਹੀ ਮਹੱਤਤਾ ਰੱਖਦੇ ਨੇ। ਉਹਨਾਂ ਦੇ ਵਿੱਚ ਨਾ ਕੋਈ ਦਿਨ ਚੰਗਾ ਹੈ ਨਾ ਕੋਈ ਦਿਨ ਬੁਰਾ ਹੈ। ਇਸੇ ਤਰੀਕੇ ਨਾਲ ਜਿਹੜਾ ਅਸੀਂ ਜੇ ਕਿਸੇ ਨੇ ਛਿੱਕ ਮਾਰੀ ਹੈ ਤਾਂ ਯਾਦ ਕਰਦਾ ਹੈ, ਜੇ ਕਿਸੇ ਨੇ ਬਿੱਲੀ ਨੇ ਰਸਤਾ ਕੱਟਤਾ ਤਾਂ ਅਸੀਂ ਪਿੱਛੇ ਮੁੜ ਆਉਣਾ ਹੈ, ਜੇ ਕਿਸੇ ਨੇ ਕਿੱਥੇ ਚੱਲਿਆ ਜਾਂ ਚੱਲੀ ਕਹਿਤਾ ਤਾਂ ਅਸੀਂ ਉੱਥੇ ਚੁੱਪ ਕਰਕੇ ਖੜ ਜਾਣਾ ਕਿ ਇਹਨੇ ਕਿੱਥੇ ਪਾ ਦਿੱਤੀ। ਇਸ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਹੈ, ਇਹ ਚੀਜ਼ਾਂ ਦਿਮਾਗ 'ਚੋਂ ਹੁਣ ਕੱਢ ਦੇਣੀਆਂ ਪੈਣਗੀਆਂ, ਕਿਉਂਕਿ ਇਹ ਵਿਗਿਆਨਕ ਯੁੱਗ ਹੈ। ਵਿਗਿਆਨਕ ਯੁੱਗ ਦੇ ਵਿੱਚ ਤੁਸੀਂ ਇਹਨਾਂ ਵਹਿਮਾਂ ਭਰਮਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ। ਇਸੇ ਤਰੀਕੇ ਨਾਲ ਤੁਹਾਡੇ ਕੋਲ ਜਿਹੜਾ ਹੈ ਜੋਤਿਸ਼ ਹੈ। ਠੀਕ ਹੈ, ਹਿੰਦੂ ਧਰਮ ਦੇ ਵਿੱਚ ਜੋਤਿਸ਼ ਦੀ ਮਾਨਤਾ ਹੈ, ਉਹ ਲੋਕ ਉਸ ਨੂੰ ਮੰਨੀ ਜਾਣ, ਲੇਕਿਨ ਤੁਸੀਂ ਜੋਤਿਸ਼ ਵਾਲੇ ਪਾਸੇ ਨਹੀਂ ਜਾਣਾ। ਭਾਵੇਂ ਇਸ ਨੂੰ ਇੱਕ ਵਿਦਿਆ ਦੱਸਿਆ ਜਾਂਦਾ ਹੈ, ਲੇਕਿਨ ਬਹੁਤੇ ਥਾਵਾਂ ਤੇ ਇਹ ਸਿਰਫ ਦੁਕਾਨਾਂ ਹੀ ਨੇ। ਜੋਤਿਸ਼ ਦੀ ਵਿਦਿਆ ਨਾਲ ਸੰਬੰਧਿਤ ਹੋ ਸਕਦਾ ਕੋਈ ਵਿਰਲਾ ਟਾਵਾਂ ਹੋਵੇ, ਲੇਕਿਨ ਆਮ ਤੌਰ ਤੇ ਤੋਰੀ ਫੁਲਕਾ ਚਲਾਉਣ ਲਈ ਦੁਕਾਨਾਂ ਹੀ ਨੇ। ਜੋਤਿਸ਼ੀਆਂ ਨੂੰ ਮੈਂ ਇਸ ਮਾਧਿਅਮ ਰਾਹੀਂ, ਆਪਣੇ ਚੈਨਲ ਰਾਹੀਂ ਇੱਕ ਜਿਹੜਾ ਚੈਲੰਜ ਕਰਦੀ ਹਾਂ ਕਿ ਇਹ ਜੋਤਸ਼ੀ, ਇਹ ਤਾਂਤਰਿਕ ਜਿਹੜੇ ਹੈਗੇ ਨੇ, ਜੋ ਵੀ ਜੋਤਸ਼ੀ ਵੀ ਹੈ ਭਾਵੇਂ ਤਾਂਤਰਿਕ ਹੈ, ਜੋ ਵੀ ਹੈ, ਇਹ ਇੱਕ ਗੱਲ ਕਰਕੇ ਦਿਖਾ ਦੇਣ ਕਿ ਕਰੋਨਾ ਦੀ ਮਹਾਮਾਰੀ ਨੂੰ ਇੱਕਦਮ ਦੁਨੀਆ 'ਚੋਂ ਖਤਮ ਕਰ ਦੇਣ ਨਿਰਸਵਾਰਥ ਹੋ ਕੇ। ਜ਼ਰੂਰੀ ਨਹੀਂ ਕਿ ਉਹਨਾਂ ਨੂੰ ਪੈਸੇ ਚਾਹੀਦੇ ਤਾਂ ਕੋਈ ਪੈਸੇ ਦੇਵੇ ਤਾਂ ਹੀ ਇਹ ਉਪਾਅ ਕਰਨਗੇ। ਦੁਨੀਆ ਦੇ ਭਲੇ ਲਈ ਕੁਝ ਕਰ ਦੇਣ, ਇਸ ਕਰੋਨਾ ਮਹਾਮਾਰੀ ਨੂੰ ਬਿਲਕੁਲ ਖਤਮ ਕਰ ਦੇਣ, ਤਾਂ ਮੈਂ ਮੰਨਾਂਗੀ ਕਿ ਹਾਂ ਜੋਤਸ਼ੀ ਵੀ ਕੋਈ ਚੀਜ਼ ਹੈਗੀ ਹੈ ਜਾਂ ਤਾਂਤਰਿਕ ਵੀ ਕੋਈ ਚੀਜ਼ ਹੈਗੀ ਹੈ। ਤਾਂ ਇੱਕ ਗਲਤ ਧਾਰਨਾ ਦੇ ਨਾਲ ਕਿ ਹਾਂਜੀ ਆਹ ਨਗ ਪਾ ਲਓ, ਹਾਂਜੀ ਆਹ ਢਾਲਾ ਕਰ ਦਿਓ, ਹਾਂਜੀ ਉੱਤੇ ਕਿਸੇ ਨੂੰ ਕੋਈ ਟੂਣਾ ਕਰ ਦਿਓ। ਇਹ ਟੂਣੇ ਟਾਮਣੇ ਢਾਲੇ ਕਰਨੇ, ਇਹ ਉਹਨਾਂ ਤੋਂ ਇਸ ਦਿਨ ਤੁਸੀਂ ਜੀ ਪਾਣੀ 'ਚ ਆਹ ਚੀਜ਼ ਵਹਾ ਦਿਓ, ਇਹ ਸਾਰੀਆਂ ਚੀਜ਼ਾਂ ਮਨਮਤ ਨੇ। ਜੋਤਸ਼ੀਆਂ ਦੇ ਕਹਿਣ ਨਾਲ ਕੱਖ ਨਹੀਂ ਹੁੰਦਾ। ਜੇ ਜੋਤਸ਼ੀ ਕਹਿੰਦੇ ਨੇ ਹਾਂਜੀ ਹੱਥ ਦਿਖਾਓ
ਤੁਹਾਡੇ ਘਰ ਕਿਸੇ ਗਰਭਵਤੀ ਕੁੜੀ ਨੂੰ ਕਹਿ ਦਿੰਦੇ ਆ ਹਾਂਜੀ ਤੇਰੇ ਘਰ ਪੁੱਤ ਹੋਊਗਾ, ਤੂੰ ਆਹ ਕਰ ਦੇ, ਤੂੰ ਆਹ ਕਰ ਦੇ। ਕੀ ਮੈਨੂੰ ਇਹ ਦੱਸੋ ਕਿ ਜਿਹੜੀ ਬੱਚੇ ਦੀ ਪੈਦਾਇਸ਼ ਵੇਲੇ ਜੋ ਵੀਰਸ ਦਾ ਕ੍ਰੋਮੋਸੋਮ ਹੈ ਉਹ ਜਿਵੇਂ ਮਿਲਣਗੇ ਉਸ ਹਿਸਾਬ ਨਾਲ ਹੀ ਬੱਚਾ ਪੈਦਾ ਹੋਏਗਾ, ਨਾ ਕਿ ਉਹਨਾਂ ਦੇ ਕਹਿਣ ਨਾਲ ਇਹ ਚੀਜ਼ ਬਦਲ ਜਾਏਗੀ। ਔਰਤ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਪਲਦਾ ਹੈ, ਔਰਤ ਕੋਲ ਐਕਸ ਕ੍ਰੋਮੋਸੋਮ ਹੀ ਹੁੰਦੇ ਆ ਤੇ ਮਰਦ ਕੋਲ XY ਹੁੰਦੇ। ਮਰਦ ਦੇ ਕ੍ਰੋਮੋਸੋਮ ਦੇ ਵਿੱਚੋਂ ਜੇ ਐਕਸ ਔਰਤ ਦੇ ਕ੍ਰੋਮੋਸੋਮ ਨਾਲ ਮਿਲੇਗਾ ਤਾਂ ਕੁੜੀ ਹੀ ਹੋਏਗੀ, ਕਿਉਂਕਿ ਔਰਤ ਕੋਲ ਤਾਂ ਐਕਸ ਹੀ ਹੈ। ਜੇ ਉਸ ਦੇ ਕ੍ਰੋਮੋਸੋਮ XY ਮਿਕਸ ਹੁੰਦੇ ਆ ਤਾਂ ਪੁੱਤ ਦੀ ਪੈਦਾਇਸ਼ ਹੁੰਦੀ ਹੈ। ਤਾਂ ਮੈਨੂੰ ਦੱਸੋ ਕਿ ਜੋਤਸ਼ੀ ਉੱਥੇ ਉਹਨਾਂ ਕ੍ਰੋਮੋਸੋਮਸ ਨੂੰ ਬਦਲ ਦੇਣਗੇ? ਨਹੀਂ ਬਦਲ ਸਕਦੇ ਨਾ ਤਾਂਤਰਿਕ ਬਦਲ ਸਕਣ, ਨਾ ਜੋਤਸ਼ੀ ਬਦਲ ਸਕਣ। ਸੋ ਇਹੋ ਜਿਹੇ ਵਹਿਮਾਂ ਭਰਮਾਂ ਤੋਂ ਗੁਰੇਜ਼ ਕਰੋ। ਫਿਰ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਹਿਮ ਹੁੰਦੇ ਆ, ਹਾਂਜੀ ਮੇਰਾ ਕੰਮ ਨਹੀਂ ਬਣਦਾ, ਮੇਰੇ ਸੱਸ ਸਹੁਰਾ ਮੇਰੇ ਵੱਸ 'ਚ ਨਹੀਂ ਹੈਗੇ, ਮੇਰਾ ਪਤੀ ਮੇਰੇ ਵੱਸ 'ਚ ਨਹੀਂ ਹੈਗਾ, ਉਹਨਾਂ ਨੂੰ ਵੱਸ 'ਚ ਕਰਨਾ। ਤੇ ਕਈ ਵਾਰੀ ਇਸ ਤਰ੍ਹਾਂ ਵੱਸ 'ਚ ਕਰਦੀਆਂ ਜਿਹੜੀਆਂ ਔਰਤਾਂ ਨੇ ਉਹ ਆਪਣੇ ਜਿਹੜੇ ਘਰ ਦੇ ਲੋਕ ਹੁੰਦੇ ਆ, ਸੱਸ ਸਹੁਰਾ ਹੁੰਦੇ ਆ ਜਾਂ ਪਤੀ ਹੁੰਦਾ ਹੈ ਜਾਂ ਕੋਈ ਕੁਛ ਜਿਸ ਨੂੰ ਵੀ ਵੱਸ 'ਚ ਕਰਨਾ ਚਾਹੁੰਦੇ ਆ, ਉਹਨਾਂ ਨੂੰ ਨੀਮ ਪਾਗਲ ਬਣਾ ਦਿੰਦੇ ਆ। ਕਿਉਂ ਬਣਾ ਦਿੰਦੇ ਆ, ਕਿਵੇਂ ਬਣਾ ਦਿੰਦੇ ਆ? ਕਿਉਂਕਿ ਉਹ ਜਿਹੜੇ ਜੋਤਸ਼ੀ ਜਾਂ ਉਹ ਜਿਹੜੇ ਤਾਂਤਰਿਕ ਹੁੰਦੇ ਆ ਨਾ, ਉਹ ਉੱਲੂ ਦਾ ਖੂਨ ਵਰਤਦੇ ਆ ਤਵੀਤਾਂ ਵਿੱਚ ਬਣਾਉਣ ਵਾਸਤੇ। ਉੱਲੂ ਦੇ ਖੂਨ ਨਾਲ ਉਹ ਜਿਹੜੇ ਕਾਚੇ ਮਾਚੇ ਜੇ ਕਰਦੇ ਆ, ਉਹ ਉੱਲੂ ਦੇ ਖੂਨ ਨਾਲ ਬਣਾਏ ਜਾਂਦੇ ਆ। ਤੇ ਫਿਰ ਉੱਲੂ ਦਾ ਖੂਨ ਜਦੋਂ ਘੋਲ ਕੇ ਪਾਣੀ ਦੇ ਵਿੱਚ ਪਿਆਇਆ ਜਾਂਦਾ ਸੰਬੰਧਿਤ ਬੰਦੇ ਔਰਤ ਨੂੰ, ਤਾਂ ਉਹਦਾ ਕੀ ਹਾਲ ਹੁੰਦਾ ਹੋਵੇਗਾ? ਤੁਸੀਂ ਕਦੇ ਸੋਚਿਆ ਇਹਦੇ ਬਾਰੇ 'ਚ? ਤਾਂ ਇਸ ਕਰਕੇ ਜੋਤਸ਼ੀਆਂ ਤਾਂਤਰਿਕਾਂ ਦਾ ਟੂਣੇ ਟਾਮਣਾ ਦਾ ਹਰ ਇੱਕ ਚੀਜ਼ ਦਾ ਖਹਿੜਾ ਛੱਡ ਦਿਓ, ਕਿਉਂਕਿ ਜਿਹੜੀ ਵੀ ਜ਼ਿੰਦਗੀ ਸਾਨੂੰ ਮਿਲੀ ਹੈ ਉਹ ਕਦੇ ਵੀ ਸਾਬਤ ਸਬੂਤ ਸਮੂਦ ਨਹੀਂ ਚੱਲ ਸਕਦੀ। ਉਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ, ਕੋਈ ਨਾ ਕੋਈ ਵਾਧਾ ਘਾਟਾ, ਕੋਈ ਊਚ ਕੋਈ ਨੀਚ, ਕਦੇ ਸੁੱਖ ਕਦੇ ਦੁੱਖ ਲੱਗੇ ਹੀ ਰਹਿਣੇ ਹੈ ਜਦੋਂ ਤੱਕ ਸਾਡੀ ਜ਼ਿੰਦਗੀ ਹੈ। ਸੋ ਇਸ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਨੂੰ ਬਤੀਤ ਕਰਨਾ ਆਪਣੀ ਦ੍ਰਿੜ ਇੱਛਾ ਸ਼ਕਤੀ ਦੇ ਸਹਾਰੇ ਬਤੀਤ ਕਰਨਾ ਸਿੱਖੋ, ਨਾ ਕਿ ਮਨ ਨੂੰ ਕਮਜ਼ੋਰ ਕਰੋ। ਹੁਣ ਮੈਂ ਮੇਰੇ ਤੇ ਕੋਈ ਟੂਣਾ ਟਾਮਣ ਕਰ ਦੇਵੇ, ਮੇਰੇ ਤੇ ਕੋਈ ਕੁਛ ਕਰ ਦੇਵੇ, ਮੇਰਾ ਮਨ ਮਜ਼ਬੂਤ ਹੈ, ਮੈਨੂੰ ਕਦੇ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ। ਮੇਰੇ ਤੇ ਵਾਵਾਂ ਬਹੁਤ ਵਗੀਆਂ ਨੇ, ਕੋਈ ਘੱਟ ਨਹੀਂ ਵਗੀਆਂ, ਘੱਟ ਦੁੱਖ ਨਹੀਂ ਆਏ। ਜਿਹੜੇ ਮੈਨੂੰ ਜਾਣਨ ਵਾਲੇ ਉਹ ਮੈਨੂੰ ਜਾਣਦੇ ਆ, ਉਹ ਮੈਨੂੰ ਦੱਸਦੇ ਆ ਕਿ ਤੂੰ ਪਤਾ ਨਹੀਂ ਕਿਵੇਂ ਕੱਟ ਗਈ, ਪਰ ਮੈਂ ਕੱਟ ਗਈ ਆਪਣੀ ਦ੍ਰਿੜ ਇੱਛਾ ਸ਼ਕਤੀ ਦੇ ਸਹਾਰੇ। ਮੈਂ ਕਦੇ ਕਿਸੇ ਜੋਤਸ਼ੀ ਜਾਂ ਕਿਸੇ ਤਾਂਤਰਿਕ ਦਾ ਸਹਾਰਾ ਨਹੀਂ ਲਿਆ। ਘੱਟੋ ਘੱਟ ਮੈਂ ਆਪਣੇ ਨਿੱਜ ਵਾਸਤੇ ਇਹ ਚੀਜ਼ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਮੈਂ ਕਦੇ ਵੀ ਇਹਨਾਂ ਦੇ ਪਿੱਛੇ ਨਹੀਂ ਭੱਜੀ। ਦੂਜੀ ਗੱਲ, ਉਹ ਲੋਕ ਜਿਹੜੇ ਭੂਤਾਂ ਪ੍ਰੇਤਾਂ 'ਚ ਯਕੀਨ ਕਰਦੇ ਆ, ਉਹ ਮੇਰੀਆਂ ਸਿੱਖ ਭੈਣਾਂ ਜਿਹੜੀਆਂ ਭੂਤਾਂ ਪ੍ਰੇਤਾਂ 'ਚ ਯਕੀਨ ਕਰਦੀਆਂ, ਉਹ ਕਹਿੰਦੀਆਂ ਜੀ ਸਾਨੂੰ ਆਤਮਾ ਚੰਬੜਦੀ ਹੈ, ਸਾਡੇ ਕੋਲ ਚੌਂਕੀ ਆਉਂਦੀ ਹੈ। ਮੈਨੂੰ ਇਹ ਦੱਸਿਆ ਜਾਵੇ ਕਿ ਜਿਹੜੀ ਭੂਤ ਹੈ, ਜਿਹੜਾ ਪ੍ਰੇਤ ਹੈ, ਜਿਹੜੀ ਸ਼ਹੀਦਾਂ ਦੀ ਆਤਮਾ ਹੈ, ਉਹ ਤੁਹਾਡੇ 'ਚ ਕਿਉਂ ਆਊਗੀ? ਜੇ ਸ਼ਹੀਦਾਂ ਦੀ ਆਤਮਾ ਆਉਂਦੀ ਹੈ ਤਾਂ ਸ਼ਹੀਦਾਂ ਦੀ ਆਤਮਾ ਤੁਹਾਡੇ 'ਚ ਕਾਹਦੇ ਲਈ ਆਊਗੀ? ਕਿਉਂਕਿ ਸ਼ਹੀਦ ਤਾਂ ਹੋਏ ਕਿਸੇ ਭਲੇ ਕੰਮ ਵਾਸਤੇ ਹੋਣਗੇ, ਸ਼ਹੀਦ ਉਹਨਾਂ ਨੇ ਆਪਣੀ ਜਾਨ ਦਿੱਤੀ ਹੋਊਗੀ। ਤੇ ਜਿਹੜੇ ਮਰ ਕੇ ਤੁਹਾਡੇ ਵਾਸਤੇ, ਤੁਹਾਡੇ ਲਈ, ਤੁਹਾਡੇ ਭਲੇ ਲਈ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ, ਤੇ ਹੁਣ ਉਹ ਤੁਹਾਡੇ ਭਲੇ ਲਈ ਜਾਨ ਦੇ ਕੇ ਤੁਹਾਡੇ ਤੋਂ ਹੀ ਗਲਤ ਕੰਮ ਕਰਨਗੇ। ਫਿਰ ਜਿਹੜੇ ਭੂਤ ਪ੍ਰੇਤ ਹੋਰ ਵੀ ਆਉਂਦੇ ਨੇ, ਉਹ ਜੀ ਫਲਾਣੇ ਦੇ ਸਿਰ, ਫਲਾਣੇ ਦੀ ਤਾਈ ਦਾ, ਚਾਚੀ ਦਾ, ਪਤੀਸ ਦਾ, ਫਲਾਣੇ ਦਾ ਭੂਤ ਆ ਗਿਆ, ਫਲਾਣੇ ਦੇ ਉਹਦਾ ਸਹੁਰੇ ਦਾ, ਪਤਿਆਰੇ ਦਾ ਭੂਤ ਆ ਗਿਆ। ਮੈਨੂੰ ਇਹ ਦੱਸਿਆ ਜਾਵੇ ਕਿ ਭੂਤ ਜਿਹੜੇ ਹੈਗੇ ਨੇ ਉਹ ਤੁਹਾਡੇ 'ਚ ਕਿਉਂ ਆਉਣਗੇ? ਕਿਉਂਕਿ ਭੂਤ ਪ੍ਰੇਤ ਦੀ ਇੱਕ ਆਤਮਾ ਹੋਊਗੀ ਨਾ, ਉਹ ਆਤਮਾ ਤੁਹਾਡੇ 'ਚ ਪ੍ਰਵੇਸ਼ ਕਰੂਗੀ। ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਆਤਮਾ ਤੁਹਾਡੇ ਅੰਦਰ ਬੈਠੀ ਆ ਉਹ ਫਿਰ ਕਿੱਥੇ ਜਾਂਦੀ ਹੈ? ਉਸ ਵੇਲੇ ਉਹਨੂੰ ਕਦੋਂ ਕੌਣ ਕੱਢ ਦਿੰਦਾ? ਤੁਸੀਂ ਬੋਲਦੇ ਹੋ ਤੁਹਾਡੇ ਆਪਣੀ ਆਤਮਾ ਦੇ ਵਿੱਚ ਰਹਿੰਦੇ ਆ, ਦੂਜੀ ਆਤਮਾ ਤੁਹਾਡੇ ਅੰਦਰ ਕਿਵੇਂ ਪ੍ਰਵੇਸ਼ ਕਰ ਸਕਦੀ ਹੈ? ਸਰੀਰ ਦੇ ਵਿੱਚ ਤਾਂ ਇੱਕੋ ਹੀ ਆਤਮਾ ਰਹੇਗੀ ਨਾ, ਤਾਂ ਦੂਜੀ ਕਿਵੇਂ ਆ ਜਾਏਗੀ? ਫਿਰ ਮੈਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ਦੀਆਂ ਆਤਮਾ ਜਿਹੜੀਆਂ ਨੇ ਉਹ ਆ ਕੇ ਤੁਹਾਡੇ 'ਚ ਪ੍ਰਵੇਸ਼ ਕਿਉਂ ਨਹੀਂ ਕਰਦੀਆਂ? ਕਿਸੇ ਜਾਨਵਰ ਦੀ ਆਤਮਾ ਤੁਹਾਡੇ 'ਚ ਪ੍ਰਵੇਸ਼ ਕਿਉਂ ਨਹੀਂ ਕਰ ਜਾਂਦੀ? ਤੁਹਾਡੇ ਸਕੇ ਸੰਬੰਧੀਆਂ ਦੀ ਆਤਮਾ ਹੀ ਕਿਉਂ ਪ੍ਰਵੇਸ਼ ਕਰ ਜਾਂਦੀ ਹੈ? ਫਿਰ ਉਹ ਆਤਮਾ ਜਿਉਂਦੇ ਜੀ ਜਿਹੜਾ ਬੰਦਾ ਹੁੰਦਾ ਬੜਾ ਕਮਜ਼ੋਰ ਹੁੰਦਾ, ਲੇਕਿਨ ਮਰ ਕੇ ਉਹ ਇੰਨਾ ਕੁ ਤੁਹਾਡੇ ਤੇ ਤਾਕਤਵਰ ਹੋ ਜਾਂਦਾ ਕਿ ਇਕੱਲਾ ਹੀ ਇੰਨਾ ਕੁਛ ਕਰ ਜਾਂਦਾ। ਦਰਅਸਲ ਭੈਣੋ, ਉਹ ਤੁਹਾਡੀ ਮਾਨਸਿਕ ਕਮਜ਼ੋਰੀ ਹੁੰਦੀ ਹੈ। ਮਾਨਸਿਕ ਕਮਜ਼ੋਰੀ ਇਸ ਤਰ੍ਹਾਂ ਕਿ ਜਦੋਂ ਤੁਹਾਡੀਆਂ ਖਾਹਿਸ਼ਾਂ ਬੂਰ ਨਹੀਂ ਪੈਂਦੀਆਂ, ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਦੱਬੀਆਂ ਜਾਂਦੀਆਂ ਨੇ, ਤਾਂ ਤੁਸੀਂ ਫਿਰ ਇਸ ਤਰ੍ਹਾਂ ਦੇ ਮਾਨਸਿਕ ਰੋਗ ਨੂੰ ਅਪਣਾ ਲੈਂਦੀਆਂ ਹੋ, ਤੇ ਉਹਦੇ ਰਾਹੀਂ ਤੁਸੀਂ ਆਪਣੀਆਂ ਜਿਹੜੀਆਂ ਖਾਹਿਸ਼ਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਸੋਚ ਰਹੀਆਂ ਹੁੰਦੀਆਂ ਹੋ।
ਲੇਕਿਨ ਇਹਦੇ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ, ਧਨ ਦੀ ਬਰਬਾਦੀ ਹੁੰਦੀ, ਲੱਖਾਂ ਰੁਪਏ ਲੱਗਦੇ ਨੇ, ਲੇਕਿਨ ਤੁਹਾਡਾ ਮਾਨਸਿਕ ਜਿਹੜਾ ਰੋਗ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਸ ਵਾਸਤੇ ਆਪਣੇ ਮਨ ਨੂੰ ਮਜ਼ਬੂਤ ਕਰੋ। ਜੇ ਤੁਹਾਡੀ ਕੋਈ ਖਾਹਿਸ਼ ਪੂਰੀ ਨਹੀਂ ਵੀ ਹੁੰਦੀ ਤਾਂ ਉਹਦੇ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਸਾਧਨ ਅਪਣਾਉਣ ਦੀ ਥਾਂ ਕੋਈ ਹੋਰ ਸਾਧਨ ਅਪਣਾਓ ਜਿਸ ਨਾਲ ਤੁਸੀਂ ਆਪਣੇ ਘਰਦਿਆਂ ਨੂੰ ਆਪਣੇ ਵੱਲ ਕਰ ਸਕੋ ਜਾਂ ਆਪਣੇ ਵਿਚਾਰਾਂ ਨਾਲ ਸਹਿਮਤ ਕਰ ਸਕੋ, ਨਾ ਕਿ ਇਸ ਤਰ੍ਹਾਂ ਦੇ ਮਾਨਸਿਕ ਰੋਗਾਂ ਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਖਰਾਬ ਕਰੋ, ਕਿਉਂਕਿ ਉਹਦੇ ਨਾਲ ਤੁਹਾਨੂੰ ਵੀ ਨਿਰਾਸ਼ਾ ਹੁੰਦੀ ਹੈ। ਇੱਕ ਗੱਲ ਯਕੀਨ ਰੱਖੋ ਕਿ ਜਿਸ ਚੀਜ਼ 'ਚ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਨਾ, ਉਹ ਚੀਜ਼ ਤੁਹਾਡੇ ਸਾਹਮਣੇ ਹੋ ਕੇ ਰਹਿੰਦੀ ਹੈ। ਇਸ ਵਾਸਤੇ ਹਮੇਸ਼ਾ ਹਾਂ ਪੱਖੀ ਸੋਚ, ਸਾਰਥਕ ਸੋਚ ਲੈ ਕੇ ਚੱਲੋ, ਨਾ ਕਿ ਨਾ ਪੱਖੀ ਸੋਚ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸਾਰਥਕ ਸਹੀ ਸੋਚੋਗੇ, ਹਾਂ ਵਾਚੀ ਸੋਚੋਗੇ, ਤਾਂ ਉਹਦਾ ਅਸਰ ਤੁਹਾਡੇ ਤੇ ਲਾਜ਼ਮੀ ਹੋਏਗਾ। ਨਾ ਵਾਚੀ ਸੋਚ ਦਾ ਉਸ ਤੋਂ ਦੁੱਗਣਾ ਅਸਰ ਹੋਏਗਾ ਜੇ ਤੁਸੀਂ ਨਾ ਵਾਚੀ ਸੋਚੋਗੇ। ਇਸ ਵਾਸਤੇ ਕਦੇ ਵੀ ਨੈਗੇਟਿਵ ਸੋਚੋ ਨਾ, ਹਮੇਸ਼ਾ ਪੋਜ਼ਿਟਿਵ ਸੋਚੋ, ਹਾਂ ਪੱਖੀ ਸੋਚੋ। ਇੱਥੋਂ ਤੱਕ ਕਿ ਤੁਹਾਡੇ ਦੂਰ ਬੈਠੇ ਜਿਹੜੇ ਲੋਕ ਹੈਗੇ ਆ, ਜੇ ਤੁਸੀਂ ਉਹਨਾਂ ਵਾਸਤੇ ਵੀ ਪੋਜ਼ਿਟਿਵ ਸੋਚ ਰੱਖੋਗੇ ਤਾਂ ਉਹਨਾਂ ਦਾ ਵੀ ਭਲਾ ਹੋਏਗਾ, ਉਹ ਵੀ ਤੁਹਾਡੇ ਪੱਖ ਵਿੱਚ ਹੋ ਸਕਦੇ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਨੀਆਂ ਸੁਣਨੀਆਂ ਚਾਹੀਦੀਆਂ। ਇੱਕ ਬੁੱਕ ਆਉਂਦੀ ਹੈ ਦਾ ਸੀਕ੍ਰੇਟ, ਉਹ ਜੇ ਕਿਸੇ ਨੂੰ ਮਿਲੇ, ਰਹੱਸਿਆ, ਜੇ ਉਹ ਕਿਸੇ ਨੂੰ ਮਿਲੇ ਤਾਂ ਲਾਜ਼ਮੀ ਪੜ੍ਹਿਓ। ਉਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਹਾਂ ਪੱਖੀ ਵੇਵਸ ਜਿਹੜੀਆਂ ਨੇ ਵਾਤਾਵਰਣ ਦੇ ਵਿੱਚ ਚੱਲਦੀਆਂ ਨੇ, ਕਿਸ ਤਰ੍ਹਾਂ ਨਾ ਪੱਖੀ ਵੇਵਸ ਚੱਲਦੀਆਂ ਨੇ, ਕਿਸ ਤਰ੍ਹਾਂ ਉਹ ਸਾਡੇ 'ਤੇ ਅਸਰ ਕਰਦੀਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀਆਂ ਭੂਤਾਂ ਪ੍ਰੇਤਾਂ ਵਾਲੀਆਂ ਗੱਲਾਂ ਨੇ ਇਹਨਾਂ ਨੂੰ ਕੱਟ ਦਿਓ, ਇਹਨਾਂ ਨੂੰ ਆਪਣੇ ਡਿਕਸ਼ਨਰੀ 'ਚੋਂ ਖਤਮ ਕਰ ਦਿਓ। ਦਰਅਸਲ ਗੁਰਬਾਣੀ ਦੇ ਵਿੱਚ ਵੀ ਤੁਸੀਂ ਕਹਿੰਦੇ ਹੋ ਕਿ ਭੂਤ ਪ੍ਰੇਤਾਂ ਦਾ ਜ਼ਿਕਰ ਹੈ। ਭਾਈ ਉਹ ਭੂਤ ਪ੍ਰੇਤਾਂ ਦਾ ਜ਼ਿਕਰ ਉਹਨਾਂ ਭੂਤ ਪ੍ਰੇਤਾਂ ਦਾ ਜ਼ਿਕਰ ਨਹੀਂ ਜਿਹੜੇ ਮਰ ਕੇ ਤੁਸੀਂ ਕਹਿੰਦੇ ਹੋ ਭੂਤ ਪ੍ਰੇਤ ਆ ਜਾਂਦੇ। ਉਹ ਭੂਤ ਪ੍ਰੇਤ ਕਿਹੜੇ ਹੈਗੇ ਨੇ? ਆ ਜਿਹੜੇ ਚੋਰ, ਡਾਕੂ, ਬਦਮਾਸ਼, ਬਲਾਤਕਾਰੀ ਫਿਰਦੇ ਨੇ ਨਾ, ਇਹ ਸਾਰੇ ਭੂਤ ਹੀ ਨੇ, ਇਹ ਸਾਰੇ ਜਿੰਨ ਹੀ ਨੇ, ਪ੍ਰੇਤ ਹੀ ਨੇ। ਸੋ ਇਹਨਾਂ ਵਾਸਤੇ ਗੁਰੂ ਜੀ ਨੇ ਕਿਹਾ, ਨਾ ਕਿ ਮਰੀਆਂ ਹੋਈਆਂ ਆਤਮਾਵਾਂ ਵਾਸਤੇ ਕਿਹਾ। ਸੋ ਆਪਣੇ ਦਿਮਾਗ 'ਚੋਂ ਇਹ ਗੱਲ ਕੱਢ ਦਿਓ ਕਿ ਕੋਈ ਭੂਤ ਪ੍ਰੇਤ ਹੁੰਦੇ ਨੇ। ਆਪਣੇ ਬੱਚੇ ਜਿਹੜੇ ਛੋਟੇ ਹੈਗੇ ਆ ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਡਰ ਪਾ ਕੇ ਨਾ ਪਾਲੋ, ਕਿਉਂਕਿ ਉਹਨਾਂ ਨੂੰ ਕਮਜ਼ੋਰ ਮਾਨਸਿਕਤਾ ਦੇ ਨਾ ਬਣਾਓ। ਜੇ ਤੁਸੀਂ ਉਹਨਾਂ ਨੂੰ ਉੱਚੀ ਮਾਨਸਿਕਤਾ ਦੇਣਾ ਚਾਹੁੰਦੇ ਹੋ, ਦ੍ਰਿੜ ਮਾਨਸਿਕਤਾ ਦੇਣਾ ਚਾਹੁੰਦੇ ਹੋ, ਤਾਂ ਉਹਨਾਂ ਵਾਸਤੇ ਗੁਰੂਆਂ ਪੀਰਾਂ ਦੀਆਂ, ਗੁਰੂਆਂ ਦੀਆਂ ਕਹਾਣੀਆਂ ਸੁਣਾਓ, ਸ਼ਹੀਦਾਂ ਦੀਆਂ ਕਹਾਣੀਆਂ ਸੁਣਾਓ, ਬਹਾਦਰਾਂ ਦੀਆਂ ਕਹਾਣੀਆਂ ਸੁਣਾਓ। ਉਹਨਾਂ ਨੂੰ ਚੰਗੇ ਵਧੀਆ ਇਨਸਾਨ ਬਣਾਉਣ ਦੀ ਖਾਤਰ ਤੁਸੀਂ ਉਹਨਾਂ ਨੂੰ ਵਧੀਆ ਨੈਤਿਕ ਕਹਾਣੀਆਂ ਸੁਣਾਓ। ਸੋ ਇਹ ਚੀਜ਼ ਤੁਹਾਡੇ ਕਰਨ ਦੀ ਹੈ, ਨਾ ਕਿ ਤੁਸੀਂ ਆਪ ਹੀ ਦਕਿਆਨੂਸੀ ਵਿਚਾਰਾਂ 'ਚ ਫਸ ਕੇ 18ਵੀਂ ਸਦੀ ਦੀ ਸੋਚ ਨਾਲ ਲਈ ਫਿਰੋ। ਤੇ ਅਗਲੀ ਗੱਲ ਜਿਵੇਂ ਕਹਾਂ ਕਿ ਕਿਸਮਤ 'ਤੇ ਅਸੀਂ ਬੜਾ ਯਕੀਨ ਕਰਦੇ ਹਾਂ। ਮੇਰੀ ਜੀ ਕਿਸਮਤ ਹੀ ਨਹੀਂ ਸੀ, ਮੈਨੂੰ ਇਹ ਕੁਛ ਮਿਲਿਆ ਹੀ ਨਹੀਂ। ਜੇ ਕਿਸਮਤ ਇੱਕ ਪਾਸਿਓਂ ਤੁਹਾਡੀ ਨਹੀਂ ਹੈ, ਦੂਜੇ ਪਾਸਿਓਂ ਤੁਹਾਨੂੰ ਉਹ ਚੀਜ਼ ਮਿਲ ਜਾਏਗੀ। ਕਿਸਮਤ ਨਹੀਂ ਦਰਅਸਲ ਕੁਛ ਕਰਦੀ, ਸਾਡਾ ਆਪਣਾ ਦ੍ਰਿੜ ਨਿਸ਼ਚਾ ਹੀ ਕਰਦਾ। ਜੇ ਅਸੀਂ ਇੱਕ ਪਾਸੇ ਨਹੀਂ ਕਾਮਯਾਬ ਹੋ ਸਕੇ ਤਾਂ ਅਸੀਂ ਦੂਜੇ ਪਾਸੇ ਕੋਸ਼ਿਸ਼ ਕਰ ਸਕਦੇ ਹਾਂ, ਅਗਲੇ ਪਾਸੇ ਸਾਨੂੰ ਕਾਮਯਾਬੀ ਮਿਲ ਸਕਦੀ ਹੈ। ਜਿਵੇਂ ਹੁਣ ਮੈਂ ਕਹਾਂ ਕਿ ਮੈਂ ਡਾਕਟਰ ਬਣਨਾ ਸੀ, ਪਰ ਮੈਂ ਡਾਕਟਰ ਤਾਂ ਬਣ ਨਹੀਂ ਸਕੀ। ਮੈਨੂੰ ਪਤਾ ਸੀ ਕਿ ਮੇਰੇ ਘਰ ਦੇ ਵਿੱਚ ਇੰਨੇ ਪੈਸੇ ਹੈ ਨਹੀਂ, ਇੰਨੀ ਮੈਨੂੰ ਮਹਿੰਗੀ ਪੜ੍ਹਾਈ ਨਹੀਂ ਕਰਵਾਈ ਜਾ ਸਕਦੀ। ਸੋ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਇੱਕ ਛੱਡ ਕੇ 2 PhDs ਹੋ ਗਈਆਂ ਤੇ ਮੈਂ ਡਾਕਟਰ ਤਾਂ ਫਿਰ ਵੀ ਬਣੀ ਗਈ। ਸੋ ਇੱਕ ਪਾਸਾ ਸਾਡੇ ਲਈ ਜੇ ਬੰਦ ਹੁੰਦਾ ਤਾਂ ਅੱਗੋਂ ਕਹਿੰਦੇ ਕਿ ਇੱਕ ਰਸਤਾ ਬੰਦ ਹੋਣ ਦੇ ਨਾਲ 100 ਰਸਤੇ ਹੋਰ ਖੁੱਲ੍ਹਦੇ ਨੇ। ਸੋ ਇਸ ਚੀਜ਼ ਦੀ ਵੀ ਆਪਣੇ ਦਿਮਾਗ 'ਚੋਂ ਗੰਢ ਕੱਢ ਦਿਓ ਕਿ ਤੁਹਾਡੀ ਕਿਸਮਤ ਵਿੱਚ ਨਹੀਂ ਸੀ, ਇਸ ਕਰਕੇ ਨਹੀਂ ਹੋਇਆ। ਹੁਣ ਕਈਆਂ ਵਿਚਾਰਿਆਂ ਦੇ ਜਿਹੜੀਆਂ ਸਿੱਖ ਭੈਣਾਂ ਨੇ ਉਹਨਾਂ ਦੇ ਘਰੇ ਕੁੜੀਆਂ ਹੀ ਹੁੰਦੀਆਂ ਨੇ, ਮੁੰਡੇ ਹੁੰਦੇ ਨਹੀਂ। ਸਾਡੀ ਜੀ ਕਿਸਮਤ 'ਚ ਨਹੀਂ ਸੀ, ਇਸ ਕਰਕੇ ਮੁੰਡਾ ਹੋਇਆ ਨਹੀਂ। ਕਿਉਂ ਬਈ? ਮੁੰਡੇ ਨੇ ਕਿਹੜਾ ਤੁਹਾਡੀ ਮੜੀ ਤੇ ਮੂਤ ਦੇਣਾ? ਮੁੰਡੇ ਜਿਹੜਾ ਕੁਛ ਕਰ ਰਹੇ ਅੱਜ ਤੁਹਾਨੂੰ ਪਤਾ ਹੀ ਹੈ ਨਾ, ਤੇ ਧੀਆਂ ਹੋ ਸਕਦਾ ਉਹ ਤੁਹਾਡੇ ਪੁੱਤਾਂ ਤੋਂ ਵੀ ਵੱਧ ਤੁਹਾਡੀ ਸੇਵਾ ਕਰਨ। ਇਸ ਕਰਕੇ ਧੀਆਂ ਨੂੰ ਨੀਵਾਂ ਨਾ ਗਿਣ ਕੇ ਉਹਨਾਂ ਦੀ ਵੀ ਬਰਾਬਰ ਬੱਚੇ ਸਮਝ ਕੇ ਚੰਗੇ ਆਪਣੇ ਮਾਪੇ ਬਣ ਕੇ ਉਹਨਾਂ ਦੀ ਸੇਵਾ ਸੰਭਾਲ ਕਰੋ। ਉਹਨਾਂ ਨੂੰ ਇਸ ਲਾਇਕ ਬਣਾਓ ਕਿ ਉਹ ਵੱਡੀਆਂ ਹੋ ਕੇ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚਣ ਤੇ ਫਿਰ ਤੁਹਾਨੂੰ ਉਹਨਾਂ ਵੱਲੋਂ ਕੋਈ ਦੁੱਖ ਨਾ ਹੋਵੇ। ਤੇ ਅਗਲੀ ਗੱਲ ਮੈਂ ਕਹਾਂਗੀ ਕਿ ਸਾਡੀਆਂ ਬਹੁਤੀਆਂ ਭੈਣਾਂ ਜਿਹੜੀਆਂ ਨੇ ਉਹ ਸੋਚਦੀਆਂ ਨੇ ਸਾਡਾ ਸਟੇਟਸ ਸਿੰਬਲ ਬਣਨਾ ਚਾਹੀਦਾ। ਸਟੇਟਸ ਸਿੰਬਲ ਕਿਵੇਂ ਬਣਨਾ ਚਾਹੀਦਾ? ਸਾਡੇ ਮਹਿੰਗੇ ਕੱਪੜੇ ਹੋਣ, ਸਾਡੇ ਕਢਾਈ ਵਾਲੇ ਸੂਟ ਹੋਣ, ਸਾਡੇ ਫੈਸ਼ਨ ਵਾਲੇ ਕੱਪੜੇ ਹੋਣ, ਸਾਡੇ ਕੋਲ ਗਹਿਣੇ ਵੱਧ ਤੋਂ ਵੱਧ ਹੋਣ, ਅਸੀਂ ਜਿਹੜੀ ਸਾਡੀ ਦਿੱਖ ਹੈ ਉਹ ਬੜੀ ਸੋਹਣੀ ਦਿਸੇ, ਅਸੀਂ ਬਿਊਟੀ ਪਾਰਲਰ ਜਾਈਏ। ਤਾਂ ਭੈਣੋ,
ਇਹ ਇੱਕ ਫਾਲਤੂ ਦਾ ਖਰਚਾ ਹੈ। ਇਸ ਫਾਲਤੂ ਦੇ ਖਰਚੇ ਤੋਂ ਬਚੋ। ਸਾਨੂੰ ਮਹਿੰਗੇ ਕੱਪੜਿਆਂ ਦੀ ਥਾਂ ਜੇ ਸਾਦਾ ਕੱਪੜੇ ਧੋਤੇ ਹੋਏ ਵੀ ਮਿਲ ਜਾਣ ਤਾਂ ਉਹਨਾਂ ਵਰਗੀ ਰੀਸ ਨਹੀਂ, ਕਿਉਂਕਿ ਮਹਿੰਗੇ ਕੱਪੜੇ ਅਸੀਂ 2-4 ਵਾਰ ਤਾਂ ਪਾ ਲਵਾਂਗੇ, ਉਸ ਤੋਂ ਬਾਅਦ ਫਿਰ ਸਾਨੂੰ ਨਵੇਂ ਚਾਹੀਦੇ ਆ। ਮੇਰੇ ਹਿਸਾਬ ਨਾਲ ਜੇ ਸਾਡੇ ਕੋਲ 7 ਕੁ ਸੂਟ ਹੋਣ ਨਾ, ਹਫਤੇ ਦੇ ਵਿੱਚ ਇੱਕ ਦਿਨ ਵਾਸਤੇ ਇੱਕ ਸੂਟ ਤਾਂ ਬਹੁਤ ਨੇ। ਉਹ 7 ਸੂਟ ਰੱਖੋ ਤੇ 1-2-4 ਸੂਟ ਤੁਸੀਂ ਆਉਣ ਜਾਣ ਵਾਸਤੇ ਬਣਵਾ ਲਓ। ਇਹਨਾਂ ਸੂਟਾਂ ਦੇ ਵਿੱਚ ਤੁਸੀਂ ਗੁਜ਼ਾਰਾ ਕਰਨਾ ਸਿੱਖ ਲਓ। ਨਾ ਤਾਂ ਤੁਹਾਡੇ ਘਰਦਿਆਂ ਨੂੰ ਪੈਸੇ ਦੀ ਤੰਗੀ ਆਵੇ, ਨਾ ਤੁਹਾਨੂੰ ਕੋਈ ਤੰਗੀ ਆਵੇ। ਸੋ ਆਰਥਿਕ ਪੱਖੋਂ ਤੁਸੀਂ ਸਹੀ ਰਹਿ ਸਕਦੇ। ਇਸੇ ਤਰ੍ਹਾਂ ਹੀ ਗਹਿਣੇ, ਫਲਾਣਾ ਗਹਿਣਾ ਚਾਹੀਦਾ, ਅਮਕਾ ਗਹਿਣਾ ਚਾਹੀਦਾ, ਤਿਮਕਾ ਗਹਿਣਾ ਚਾਹੀਦਾ। ਜਿਨ੍ਹਾਂ ਕੋਲ 2 ਨੰਬਰ ਦਾ ਪੈਸਾ ਹੈ ਉਹ ਬੇਸ਼ੱਕ ਬਣਾ ਸਕਦੇ ਨੇ, ਲੇਕਿਨ ਜਿਨ੍ਹਾਂ ਕੋਲ ਸਹਿੰਦਾ ਹੀ ਹੈ, ਮੱਧ ਵਰਗੀ ਜੋ ਪਰਿਵਾਰ ਨੇ, ਉਹਨਾਂ ਕੋਲ ਇੰਨਾ ਗਹਿਣਾ ਨਹੀਂ ਬਣ ਸਕਦਾ। ਤੇ ਉਹ ਕਿੰਨਾ, ਕਈ ਵਾਰ ਤਾਂ ਮੈਂ ਦੇਖਿਆ ਕਿ ਕਈ ਵਿਚਾਰੇ ਕਰਜ਼ਾ ਲੈ ਕੇ ਵੀ ਗਹਿਣੇ ਬਣਵਾਉਂਦੇ ਨੇ। ਸੋ ਉਸ ਗਹਿਣੇ ਦਾ ਕੀ ਫਾਇਦਾ? ਇਸ ਉਹ ਕਹਿੰਦਾ ਸੋਨਾ ਜਿਹੜਾ ਕੁਝ ਕਹਿੰਦੇ ਹੁੰਦੇ ਆ ਕਿ ਸੋਨਾ ਕੀ ਜਿਹੜਾ ਕੰਨਾਂ ਨੂੰ ਖਾਵੇ, ਨਿੱਜ ਨੂੰ ਗਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਕੁਛ ਇਸ ਤਰ੍ਹਾਂ ਦਾ ਕਹਾਣ ਹੈ। ਸੋ ਉਸ ਗਹਿਣੇ ਦਾ ਕੀ ਫਾਇਦਾ ਜਿਹੜਾ ਤੁਹਾਨੂੰ ਕਰਜ਼ਾਈ ਕਰ ਜਾਵੇ। ਸੋ ਜਿਹੜੇ ਮਹਿੰਗੇ ਵਿਆਹ ਕਰਦੇ ਹੋ, ਮੈਨੂੰ ਜੀ ਮੇਰੀ ਧੀ ਨੂੰ ਆਹ ਚਾਹੀਦਾ, ਮੇਰੀ ਜਿਹੜੀ ਮੈਂ ਨਾਨਕੀ ਸ਼ੱਕ ਪੂਰ ਕੇ ਆਉਣੀ ਉਹਦੇ ਵਾਸਤੇ ਮੈਂ ਆਹ ਦੇਣਾ, ਉਹ ਦੇਣਾ। ਇਸ ਤਰ੍ਹਾਂ ਦੀਆਂ ਜਿਹੜੀਆਂ ਫਾਲਤੂ ਦੀਆਂ ਖਰਚੀਲੀਆਂ ਚੀਜ਼ਾਂ ਨੇ ਉਹਨਾਂ ਨੂੰ ਨਾ ਖਰੀਦੋ। ਉੱਥੇ ਨਾ ਪੈਸੇ ਖਰਚ ਕਰੋ, ਉੱਥੇ ਪੈਸੇ ਨਾ ਜਾਇਆ ਕਰੋ, ਕਿਉਂਕਿ ਅੱਜ ਦਾ ਤੁਹਾਡਾ ਦਿਖਾਵਾ ਲੋਕਾਂ ਨੇ 4 ਦਿਨ ਗੱਲ ਕਰਨੀ ਹੈ ਤੇ ਫਿਰ ਉਹਨਾਂ ਨੇ ਬੰਦ ਹੋ ਜਾਣਾ, ਮੂੰਹ ਉਹਨਾਂ ਦੇ ਬੰਦ ਹੋ ਜਾਣਗੇ, ਉਹ ਕੁਛ ਨਹੀਂ ਕਹਿਣਗੇ, ਲੇਕਿਨ ਤੁਹਾਡਾ ਦਿਵਾਲਾ ਨਿਕਲ ਜਾਣਾ। ਕਈਆਂ ਨੇ ਘਰ ਗਹਿਣੇ ਪਾ ਰੱਖੇ ਹੈ, ਕਈਆਂ ਨੇ ਜ਼ਮੀਨਾਂ ਗਹਿਣੇ ਪਾ ਰੱਖੀਆਂ। ਉਹਨਾਂ ਗਹਿਣੇ ਕੀਤਿਆਂ ਦਾ ਕੀ ਫਾਇਦਾ ਬਈ? ਤੁਸੀਂ ਤਾਂ ਆ ਗਏ ਨਾ ਆਰਥਿਕ ਮੰਦਹਾਲੀ 'ਚ, ਤੇ ਅਗਲਿਆਂ ਦੀ ਵਾਹ 2-4 ਦਿਨ ਦੀ ਲੈ ਕੇ ਤੁਸੀਂ ਕੀ ਕਰਨਾ? ਸੋ ਤੁਹਾਡੇ ਨੱਕ ਦੀ ਜਿਹੜੀ ਇਹ ਇੱਛਾ ਹੈਗੀ ਨਾ ਕਿ ਸਾਡਾ ਨੱਕ ਉੱਚਾ ਰਹੇ, ਇਸ ਨੱਕ ਉੱਚਾ ਕਰਨ ਨੂੰ ਪਿੱਛੇ ਛੱਡੋ। ਇਸ ਨੱਕ ਨੇ ਆਪਾਂ ਨੂੰ ਕੁਛ ਨਹੀਂ ਦੇਣਾ। ਸੋ ਮਹਿੰਗੇ ਕੱਪੜੇ ਆਪਣੇ ਲਈ, ਮਹਿੰਗੇ ਗਹਿਣੇ ਆਪਣੇ ਲਈ, ਜਾਂ ਬਿਊਟੀ ਪਾਰਲਰਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੁੰਦਰ ਬਣਾਉਣਾ। ਬਿਊਟੀ ਪਾਰਲਰ ਜਿਹੜੇ ਹੈਗੇ ਆ, ਮੈਂ ਇਹਨਾਂ ਦੇ ਬਿਲਕੁਲ ਪੂਰੀ ਤਰ੍ਹਾਂ ਖਿਲਾਫ ਹਾਂ। ਕਿਉਂ ਖਿਲਾਫ ਹਾਂ? ਕਿਉਂਕਿ ਇੱਕ ਤਾਂ ਸਾਨੂੰ ਇਹ ਸੋਚ ਦਿੰਦੇ ਨੇ ਕਿ ਜੋ ਕੁਝ ਸਾਨੂੰ ਪਰਮਾਤਮਾ ਨੇ ਘੜ ਕੇ ਬਣਾ ਕੇ ਭੇਜਿਆ, ਅਸੀਂ ਉਸ ਨੂੰ ਚੈਲੰਜ ਕਰਦੇ ਕਿ ਪਰਮਾਤਮਾ ਤੂੰ ਸਾਨੂੰ ਸੋਹਣਾ ਨਹੀਂ ਬਣਾਇਆ, ਅਸੀਂ ਆਪਣੀ ਕੱਟ ਵੱਢ ਕਰਕੇ, ਰੋਮਾਂ ਦੀ ਬੇਅਦਬੀ ਕਰਕੇ ਅਸੀਂ ਇਸ ਤਰ੍ਹਾਂ ਸੋਹਣੇ ਲੱਗਦੇ ਹਾਂ। ਫਿਰ ਪਲਾਸਟਿਕ ਸਰਜਰੀ ਕਰਵਾਉਂਦੇ ਨੇ ਕਈ, ਸਾਡੇ ਜੀ ਅੰਗ ਪੈਰ ਇਸ ਤਰ੍ਹਾਂ ਦੇ ਚਾਹੀਦੇ ਆ। ਸੋ ਇਹ ਸਾਰਾ ਕੁਛ ਬੇਵਕੂਫੀ ਤੋਂ ਵੱਧ ਮੈਂ ਕਹਿੰਦੀ ਕੁਛ ਨਹੀਂ। ਲੱਖਾਂ ਰੁਪਇਆ ਤੁਸੀਂ ਖਰਚ ਕਰਦੇ ਹੋ, ਉਹੀ ਤੁਸੀਂ ਘਰੇਲੂ ਸਾਧਨ ਵਰਤ ਕੇ ਆਪਣੇ ਬਟਨ ਵਗੈਰਾ ਬਣਾ ਕੇ, ਵਟਨੇ ਵਗੈਰਾ ਬਣਾ ਕੇ, ਫੇਸ ਪੈਕ ਵਗੈਰਾ ਬਣਾ ਕੇ, ਘਰੇਲੂ ਸਾਧਨਾਂ ਦੇ ਨਾਲ ਤੁਸੀਂ ਆਪਣੀ ਸੁੰਦਰਤਾ ਨੂੰ ਨਿਖਾਰ ਸਕਦੇ ਹੋ। ਸੋ ਸਸਤੇ ਤੋਂ ਸਸਤੇ ਉਹ ਸੁੰਦਰਤਾ ਸਾਧਨ ਤੁਹਾਡੇ ਕੋਲ ਪਏ ਨੇ ਜਿਨ੍ਹਾਂ ਨੂੰ ਤੁਸੀਂ ਵਰਤ ਸਕਦੇ ਹੋ। ਮਹਿੰਗੇ ਗਹਿਣੇ ਲੈ ਕੇ ਜਾਂ ਮਹਿੰਗੇ ਕੱਪੜੇ ਲੈ ਕੇ 2-4 ਦਿਨ ਦੀ ਭੱਲ ਖੱਟਣ ਦੇ ਵਾਸਤੇ, ਜਾਂ ਆਪਣੇ ਸਰੀਰ ਨੂੰ ਤੁਸੀਂ ਇਸ ਤਰ੍ਹਾਂ ਰੋਮਾਂ ਦੀ ਬੇਅਦਬੀ ਕਰਕੇ ਸੁੰਦਰ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਆਮਦਨੀ, ਆਪਣੇ ਖਰਚੇ ਦਾ ਨੁਕਸਾਨ ਕਰਦੇ ਹੋ। ਇਸ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਅਗਲੀ ਗੱਲ ਮੈਂ ਕਹਾਂਗੀ ਕਿ ਤੁਸੀਂ ਕਿੱਥੇ ਜਾਂਦੇ ਹੋ? ਆਰਥਿਕ ਬਰਾਬਰੀ ਤੇ ਆ ਜਾਂਦੇ ਹੋ। ਅਸੀਂ ਕਹਿੰਦੇ ਹਾਂ ਕਿ ਜੇ ਕੁੜੀ ਨੂੰ ਅਸੀਂ ਆਰਥਿਕ ਬਰਾਬਰੀ ਦਾ ਸਾਧਨ ਦਿੱਤਾ, ਉਹਨੂੰ ਅਸੀਂ ਪੜ੍ਹਾਤਾ ਲਿਖਾਤਾ, ਉਸਨੂੰ ਕਿੱਤੇ ਜੋ ਕਰ ਦਿੱਤਾ, ਉਸਨੂੰ ਸਰਵਿਸ ਤੇ ਵੀ ਲਗਵਾ ਦਿੱਤਾ, ਤੇ ਉਹ ਆਰਥਿਕ ਤੌਰ ਤੇ ਆਜ਼ਾਦ ਹੋ ਗਈ, ਤਾਂ ਹੁਣ ਉਹਨੂੰ ਕੋਈ ਟੋਕਾ ਟਾਕੀ ਨਹੀਂ ਹੋਏਗੀ। ਉਹ ਬਿਲਕੁਲ ਆਪਣੇ ਘਰ ਦੇ ਵਿੱਚ ਰਾਜੀ ਰਹੇਗੀ, ਖੁਸ਼ ਰਹੇਗੀ। ਪਰ ਭੈਣੋ, ਇਹ ਜਿਹੜੀ ਆਰਥਿਕ ਬਰਾਬਰੀ ਹੈ, ਸਿਰਫ ਇਕੱਲੀ ਆਰਥਿਕ ਬਰਾਬਰੀ ਕੋਈ ਫੰਨੂ ਨਹੀਂ ਖੋਂਦੀ। ਕਿਉਂ ਨਹੀਂ ਖੋਂਦੀ? ਕਿਉਂਕਿ ਮੈਂ ਬਹੁਤ ਸਾਰੀਆਂ ਅਜਿਹੀਆਂ ਭੈਣਾਂ ਨੂੰ ਜਾਣਦੀ ਹਾਂ ਜਿਹੜੀਆਂ ਜੱਜ ਤੱਕ ਵੀ ਲੱਗੀਆਂ ਹੋਈਆਂ ਨੇ, ਪ੍ਰੋਫੈਸਰ ਵੀ ਲੱਗੀਆਂ ਹੋਈਆਂ ਨੇ, ਜੱਜ ਵੀ ਲੱਗੀਆਂ ਹੋਈਆਂ ਨੇ, ਟੀਚਰ ਤਾਂ ਆਮ ਹੀ ਮਿਲਦੀਆਂ ਨੇ। ਉਹਨਾਂ ਸਾਰੀਆਂ ਭੈਣਾਂ ਦੇ ਕਿੱਤੇ ਵਜੋਂ, ਆਰਥਿਕ ਮਦਦ ਹੋਣ ਦੇ ਵਜੋਂ, ਮਾਇਕ ਤੌਰ ਤੇ ਖੜੀਆਂ ਹੋਣ ਦੇ ਬਾਵਜੂਦ ਉਹ ਆਜ਼ਾਦ ਨਹੀਂ ਹੈਗੀਆਂ। ਕਿਉਂ ਨਹੀਂ ਹੈਗੀਆਂ? ਕਿਉਂਕਿ ਉਹਨਾਂ ਦੇ ਪਤੀ, ਉਹਨਾਂ ਦੇ ਸਹੁਰੇ ਘਰ ਵਾਲੇ ਉਹਨਾਂ ਤੋਂ ਉਹਨਾਂ ਦੀ ਮਹੀਨੇ ਦੀ ਤਨਖਾਹ ਜਦੋਂ ਲੈ ਕੇ ਆਉਂਦੀਆਂ ਨੇ, ਹੱਥ ਤੇ ਰਖਵਾ ਲੈਂਦੇ ਆ। ਫਿਰ ਉਹਨਾਂ ਨੂੰ ਉਹਨਾਂ ਦੀ ਐਕਟਿਵਾ 'ਚ ਜਾਂ ਉਹਨਾਂ ਦੀ ਕਾਰ 'ਚ ਪੈਣ ਜੋਗੇ ਪੈਟਰੋਲ ਦੇ ਪੈਸੇ ਦਿੰਦੇ ਆ,
ਤੇ ਜਿੰਨਾ ਉਹਨਾਂ ਦਾ ਇੱਕ ਕੱਪ ਚਾਹ ਦਾ ਰੋਜ਼ ਦਾ ਹੋਏਗਾ ਉਹ ਪੈਸੇ ਉਹਨਾਂ ਨੂੰ ਦਿੱਤੇ ਜਾਂਦੇ ਆ ਤੇ ਬਾਕੀ ਸਾਰੇ ਪੈਸੇ ਆਪ ਰੱਖ ਲਏ ਜਾਂਦੇ ਆ। ਤੁਸੀਂ ਸੋਚ ਸਕਦੇ ਹੋ ਇਹ ਤਾਂ ਕੀ ਇਹ ਆਰਥਿਕ ਆਜ਼ਾਦੀ ਹੋਈ? ਨਹੀਂ ਭੈਣੋ, ਇਹ ਆਰਥਿਕ ਆਜ਼ਾਦੀ ਨਹੀਂ ਹੋਈ। ਉਹ ਕਮਾ ਕੇ ਵੀ ਗੁਲਾਮ ਦੀਆਂ ਗੁਲਾਮ ਹੀ ਨੇ। ਤਾਂ ਫਿਰ ਆਰਥਿਕ ਆਜ਼ਾਦੀ ਦੇ ਨਾਲ ਕੀ ਤੁਹਾਨੂੰ ਮਿਲਿਆ? ਇਸ ਲਈ ਆਰਥਿਕ ਆਜ਼ਾਦੀ ਦੇ ਨਾਲ ਨਾਲ ਧੀਆਂ ਨੂੰ ਹਰ ਪੱਖੋਂ ਹੀ ਆਜ਼ਾਦ ਕਰਨਾ ਪਏਗਾ। ਉਹ ਕਿਵੇਂ ਆਜ਼ਾਦ ਕਰਾਂਗੇ? ਪਹਿਲੀ ਗੱਲ, ਉਹਨਾਂ ਨੂੰ ਦ੍ਰਿੜ ਨਿਸ਼ਚੇ ਦੇ ਲਾਇਕ ਬਣਾਓ ਕਿ ਉਹ ਆਪਣਾ ਸਵੈ ਵਿਸ਼ਵਾਸੀ ਹੋਣ, ਉਹਨਾਂ 'ਚ ਵਿਲ ਪਾਵਰ ਹੋਵੇ, ਉਹ ਆਪਣਾ ਕੰਮ ਆਪ ਕਰਨ ਦੇ ਕਾਬਲ ਹੋਣ ਤੇ ਸਵੈ ਰੱਖਿਆ ਦੇ ਸਾਧਨ ਉਹਨਾਂ ਨੂੰ ਦਿੱਤੇ ਜਾਣ। ਮੇਰੀ ਹਰ ਇੱਕ ਵੀਡੀਓ ਜਿਹੜੀ ਵੀ ਕੁੜੀ ਨਾਲ ਸੰਬੰਧਿਤ ਹੋਏਗੀ ਉਹਦੇ ਵਿੱਚ ਇਹ ਗੱਲ ਲਾਜ਼ਮੀ ਆਏਗੀ ਕਿ ਕੁੜੀਆਂ ਨੂੰ ਬਚਪਨ ਤੋਂ ਹੀ ਜੁਡੋ, ਕਰਾਟੇ ਜਾਂ ਗੱਤਕਾ ਜਾਂ ਮਾਰਸ਼ਲ ਆਰਟ ਸਿਖਾਇਆ ਜਾਵੇ ਤਾਂ ਕਿ ਕੱਲ ਨੂੰ ਲੋੜ ਪੈਣ ਤੇ ਉਹ ਕਿਸੇ ਪਿਓ ਭਰਾ ਦੀ ਮਦਦ ਨਾ ਦੇਖਣ, ਸਿਰਫ ਆਪਣੇ ਆਪ ਆਪਣਾ ਬਚਾਅ ਆਪ ਕਰਨ ਦੇ ਕਾਬਲ ਹੋਣ। ਉਹਨਾਂ ਨੂੰ ਵੱਧ ਤੋਂ ਵੱਧ ਖੁਰਾਕ ਦਿਓ ਤਾਂ ਕਿ ਉਹ ਬਲਸ਼ਾਲੀ ਹੋਣ। ਉਹਨਾਂ ਨੂੰ ਵੱਧ ਤੋਂ ਵੱਧ ਨੈਤਿਕ ਸਿੱਖਿਆ ਦਿਓ ਤਾਂ ਕਿ ਉਹ ਪੁੱਠੇ ਪਾਸੇ ਸੋਚ ਹੀ ਨਾ ਸਕਣ। ਉਹਨਾਂ ਦੀ ਜਿਹੜੀ ਸ਼ਕਤੀ ਆ ਉਹਨਾਂ ਨੂੰ ਸਹੀ ਚੈਨਲਾਈਜ਼ ਕਰੋ, ਉਹਨਾਂ ਦੇ ਸ਼ੌਕ ਨੂੰ ਬਰਕਰਾਰ ਰੱਖੋ, ਉਹਨਾਂ ਦੀ ਪੜ੍ਹਾਈ ਕਰਨ ਦੀ ਇੱਛਾ ਜਿੰਨੀ ਹੈ ਉਹਨਾਂ ਨੂੰ ਓਨਾ ਪੜ੍ਹਾਓ ਤੇ ਉਹਨਾਂ ਨੂੰ ਜਿਸ ਖੇਤਰ 'ਚੋਂ ਜਾਣਾ ਚਾਹਣ ਉਸ ਖੇਤਰ ਦੀ ਚੋਣ ਕਰਨ ਦਾ ਅਧਿਕਾਰ ਦਿਓ। ਤਾਂ ਜਾ ਕੇ ਤੁਹਾਡੀਆਂ ਧੀਆਂ ਸਹੀ ਮਾਇਨਿਆਂ ਦੇ ਵਿੱਚ ਆਜ਼ਾਦ ਹੋਣਗੀਆਂ। ਤੇ ਜੇ ਤੁਸੀਂ ਕਹੋ ਕਿ ਸਾਡੇ ਮੁਤਾਬਕ ਹੀ ਚੱਲਣ, ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹੀ ਚੱਲਣ, ਤਾਂ ਉਹਦੇ ਨਾਲ ਤੁਹਾਡੀਆਂ ਧੀਆਂ ਆਜ਼ਾਦ ਨਹੀਂ ਹੋ ਸਕਦੀਆਂ। ਹਾਂ, ਵੱਡੀਆਂ ਹੋ ਜਾਂਦੀਆਂ ਨੇ ਕੁਝ ਹੱਦ ਤੱਕ, ਆਪਣੇ ਖਿਆਲ ਜਿਹੜੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉ ਸਕਦੀਆਂ, ਲੇਕਿਨ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੀਆਂ। ਕਿਤੇ ਨਾ ਕਿਤੇ ਘੁਟਨ ਉਹਨਾਂ ਦੇ ਅੰਦਰ ਫਿਰ ਵੀ ਬਣੀ ਰਹੇਗੀ। ਸੋ ਇਹਨਾਂ ਚੀਜ਼ਾਂ ਨੂੰ ਆਪਣੀਆਂ ਧੀਆਂ ਨੂੰ ਪਾਲਦੇ ਸਮੇਂ ਲਾਜ਼ਮੀ ਧਿਆਨ ਦਿਓ। ਤੇ ਅਗਲੀ ਗੱਲ ਮੈਂ ਕਰਾਂਗੀ ਕਿ ਸਾਡਾ ਰਾਜਨੀਤੀ ਖੇਤਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ 33% ਰਾਖਵਾਂਕਰਨ ਚਾਹੀਦਾ। 33% ਰਾਖਵੀਕਰਨ ਦੀ ਅਸੀਂ ਗੱਲ ਤਾਂ ਕਰਦੇ ਹਾਂ, ਪਰ ਕੀ ਅਸੀਂ 33% ਰਾਖਵਾਂਕਰਨ ਲੈਣ ਦੇ ਕਾਬਲ ਵੀ ਹਾਂ? ਮੇਰੇ ਖਿਆਲ 'ਚ ਤਾਂ ਨਹੀਂ। ਕਿਉਂਕਿ ਅਜੇ ਤਾਂ ਅਸੀਂ ਆਪਣਾ ਆਪ ਹੀ ਬਚਾਉਣ ਦੇ ਕਾਬਲ ਨਹੀਂ ਤੇ 33% ਰਾਖਵਾਂਕਰਨ ਸਾਨੂੰ ਕੀ ਦੇ ਦੇਗਾ? ਜਦੋਂ ਅਸੀਂ ਆਪਣਾ ਆਪ ਬਚਾ ਸਕੀਆਂ, ਜਦੋਂ ਅਸੀਂ ਆਪਣੀ ਹੋਂਦ ਬਣਵਾ ਸਕੀਆਂ, ਉਦੋਂ ਹੀ ਸਾਨੂੰ ਕਿਸੇ ਰਾਖਵੇਂਕਰਨ ਦੀ ਲੋੜ ਹੋਏਗੀ। ਮੇਰੇ ਹਿਸਾਬ ਨਾਲ ਰਾਖਵਾਂਕਰਨ ਤਾਂ ਸਾਨੂੰ ਮੰਗਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹ ਇੱਕ ਭਿੱਖਿਆ ਹੈ ਤੇ ਅਸੀਂ ਭਿੱਖਿਆ ਕਿਉਂ ਲਈਏ? ਗੁਰੂਆਂ ਨੇ ਭਿੱਖਿਆ ਲੈਣ ਦੇ ਵਾਸਤੇ ਸਿੱਖਿਆ ਨਹੀਂ ਦਿੱਤੀ। ਗੁਰੂਆਂ ਨੇ ਹੱਕ ਲੈਣ ਦੀ ਗੱਲ ਕਹੀ ਹੈ। ਸਾਨੂੰ ਆਪਣੇ ਹੱਕ ਲੈਣੇ ਪੈਣਗੇ, ਨਾ ਕਿ ਅਸੀਂ ਕਿਸੇ ਤੋਂ ਭਿੱਖਿਆ ਮੰਗਾਂਗੇ। ਸੋ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਸਭ ਤੋਂ ਪਹਿਲਾਂ ਤਾਂ ਔਰਤ ਨੂੰ ਔਰਤ ਵਜੋਂ ਮਨੌਤ ਮਨਵਾਉਣੀ ਚਾਹੀਦੀ ਹੈ ਕਿ ਹਾਂ, ਆਦਮੀ ਜੇ ਸਮਾਜ ਦੇ ਵਿੱਚ ਹੈ ਤਾਂ ਸਮਾਜ ਦੇ ਵਿੱਚ ਔਰਤ ਵੀ ਹੈ, ਕਿਉਂਕਿ ਔਰਤ ਨੂੰ ਤਾਂ ਅਜੇ ਮਨੁੱਖ ਮੰਨਿਆ ਹੀ ਨਹੀਂ ਗਿਆ। ਜਦੋਂ ਔਰਤ ਨੂੰ ਮਨੁੱਖ ਹੀ ਨਹੀਂ ਮੰਨਿਆ ਗਿਆ ਤਾਂ ਉਸ ਨੂੰ 33% ਰਾਖਵਾਂਕਰਨ ਕਿਹਨੇ ਦੇਣਾ? ਆ ਤੁਸੀਂ ਦੇਖਦੇ ਹੀ ਹੋ 33% ਦੀ ਥਾਂ ਤੇ ਇੱਕ ਦੋ ਜਿਹੜੀਆਂ ਲੇਡੀਜ਼ ਹੈਗੀਆਂ, ਔਰਤਾਂ ਹੈਗੀਆਂ, ਉਹਨਾਂ ਨੂੰ ਜਿਹੜੇ ਉਮੀਦਵਾਰੀ ਦੇ ਟਿਕਟ ਮਿਲਦੇ ਆ, ਜਿਹੜੇ ਵੀ ਕੈਂਡੀਡੇਟ ਖੜੇ ਹੁੰਦੇ ਆ ਰਾਜਨੀਤਿਕ ਖੇਤਰਾਂ ਦੇ ਵਿੱਚ। ਸੋ ਉਹ ਸਾਨੂੰ ਕਿਸੇ ਲਾਹੇਵੰਦੀ ਜਿਹੜੀ ਚੀਜ਼ ਨਹੀਂ ਹੈ, ਸਾਡੇ ਵਾਸਤੇ ਉਹ ਇੱਕ ਭਿੱਖਿਆ ਹੈ। ਸੋ ਇਸ ਭਿੱਖਿਆ ਨੂੰ ਮੰਗਣਾ ਛੱਡੀਏ, ਆਪਣੇ ਆਪ ਨੂੰ ਇਸ ਕਾਬਲ ਬਣਾਈਏ, ਇਸ ਰੁਤਬੇ ਤੇ ਲੈ ਕੇ ਜਾਣ ਦੇ ਕਾਬਲ ਬਣਾਈਏ। ਤੇ ਮੇਰੇ ਹਿਸਾਬ ਨਾਲ ਜਿਹੜੀਆਂ ਕੁੜੀਆਂ ਆਪਣੀ ਇੱਛਾ ਦੇ ਹਿਸਾਬ ਨਾਲ ਪੜ੍ਹਦੀਆਂ ਨੇ, ਆਪਣੀ ਇੱਛਾ ਦੇ ਹਿਸਾਬ ਨਾਲ ਉਹ ਆਪਣੇ ਆਪ ਨੂੰ ਸਵੈ ਰੱਖਿਆ ਦੇ ਵਿੱਚ ਸਿੱਧ ਕਰਦੀਆਂ ਨੇ, ਉਹੀ ਕੁੜੀਆਂ ਅੱਗੇ ਵੱਧ ਕੇ ਰਾਜਨੀਤੀ ਦੇ ਖੇਤਰ ਵਿੱਚ ਜਾਣ। ਕਿਉਂਕਿ ਰਾਜਨੀਤੀ ਇੱਕ ਗੰਦੀ ਖੇਡ ਹੈ। ਇਸ ਗੰਦੀ ਖੇਡ ਦੇ ਵਿੱਚੋਂ ਸਾਨੂੰ ਸਾਬਤ ਸਬੂਤ ਨਿਕਲਣ ਵਾਸਤੇ ਬੜੇ ਹੀ ਵਿਸ਼ਾਲ ਤੇ ਬੜੇ ਹੀ ਗੰਭੀਰ ਜਿਹੜੇ ਹੈ ਸੁਭਾਅ ਦੀ ਲੋੜ ਹੋਏਗੀ। ਉਸ ਵਿਸ਼ਾਲ ਤੇ ਗੰਭੀਰ ਸੁਭਾਅ ਦੇ ਨਾਲ ਸਾਨੂੰ ਦ੍ਰਿੜ ਇੱਛਾ ਸ਼ਕਤੀ ਦੀ ਵੀ ਲੋੜ ਹੋਏਗੀ, ਕਿਉਂਕਿ ਸਮਾਜ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਉਹਨਾਂ ਔਰਤਾਂ ਨੂੰ ਹੀ
ਅੱਗੇ ਵਧਣ ਦੇ ਸਕਦੇ ਹੈ, ਜਿਹੜੀਆਂ ਆਪਣੇ ਆਪ 'ਚ ਦਬੰਗ ਹੋਣਗੀਆਂ। ਦਬੰਗ ਤੋਂ ਮੇਰਾ ਮਤਲਬ ਕਹਿਣ ਦਾ ਕਿ ਜਿਹੜੀਆਂ ਧੜੱਲੇਦਾਰ ਹੋਣਗੀਆਂ। ਤੇ ਧੜੱਲੇਦਾਰ ਬਣਾਉਣ ਵਾਸਤੇ ਸਾਨੂੰ ਜ਼ਰੂਰੀ ਨਹੀਂ ਕਿ ਅਸੀਂ ਗਲਤ ਪਾਸੇ ਜਾਈਏ, ਅਸੀਂ ਸਹੀ ਪਾਸੇ ਰਹੀਏ, ਅਸੀਂ ਸਹੀ ਸੋਚ ਦੀਆਂ ਮਾਲਕ ਹੋਈਏ, ਅਸੀਂ ਆਪਣੇ ਆਪ ਦੀ ਗੱਲ ਜਿਹੜੀ ਹੈ ਉਹ ਪੂਰੇ ਆਪਣੇ ਉੱਚ ਦਾਅਵੇ ਦੇ ਨਾਲ ਕਹਿ ਸਕਦੀਆਂ ਹੋਈਏ, ਅਸੀਂ ਆਪਣੀ ਗੱਲ ਮਨਵਾਉਣ ਦਾ ਹੌਸਲਾ ਰੱਖਦੀਆਂ ਹੋਈਏ, ਅਸੀਂ ਆਪਣੇ ਸੱਚ ਤੇ ਕਾਇਮ ਰਹਿਣਾ ਜਾਣਦੀਆਂ ਹੋਈਏ, ਅਸੀਂ ਸਮਾਜ ਦੀ ਸੇਵਾ ਕਰਨ ਦੇ ਯੋਗ ਹੋਈਏ, ਤਾਂ ਹੀ ਸਾਨੂੰ ਰਾਜਨੀਤੀ ਖੇਤਰ ਰਾਸ ਆਏਗਾ। ਤੇ ਜੇ ਅਸੀਂ 33% ਰਾਖਵਾਂਕਰਨ ਲੈ ਕੇ ਭਿੱਖਿਆ ਦੀ ਵੋਟ ਮੰਗ ਕੇ ਭਿੱਖਿਆ ਇਹਨਾਂ ਤੋਂ ਲੈ ਕੇ ਫਿਰ ਅਸੀਂ ਰਾਜਨੀਤੀ 'ਚ ਜਾਂਦੀਆਂ ਤਾਂ ਉੱਥੇ ਅਸੀਂ ਪੁਤਲੀਆਂ ਹੀ ਹੋਵਾਂਗੀਆਂ। ਪੁਤਲੀਆਂ ਬਣ ਕੇ ਰਹਿਣਾ ਸਾਨੂੰ ਕਿਵੇਂ ਵੀ ਜਾਇਜ਼ ਨਹੀਂ ਹੈ। ਸਾਡੀ ਅੱਜ ਦੀ ਵਿਗਿਆਨਕ ਹੋਂਦ ਜਿਹੜੀ ਹੈ, ਵਿਗਿਆਨਕ ਯੁੱਗ ਦੀ ਜਿਹੜੀ ਹੋਂਦ ਹੈ, ਉਹਦੇ ਵਿੱਚ ਸਾਡੀ ਬਰਾਬਰੀ ਚਾਹੀਦੀ ਹੈ, ਨਾ ਕਿ ਸਾਨੂੰ ਭਿੱਖਿਆ ਚਾਹੀਦੀ ਹੈ। ਸੋ 33% ਰਾਖਵਾਂਕਰਨ ਨਾ ਮੰਗੀਏ, ਬਲਕਿ ਆਪਣੇ ਆਪ ਨੂੰ ਇਸ ਕਾਬਲ ਬਣਾਈਏ ਕਿ ਘੱਟੋ ਘੱਟ ਸਾਨੂੰ 50% ਟਿਕਟਾਂ ਦੇਣ ਦੇ ਉਹ ਆਪ ਹੀ ਅੱਗੇ ਆਉਣ ਕਿ 50% ਟਿਕਟਾਂ ਔਰਤਾਂ ਦੀਆਂ ਹੋਣਗੀਆਂ, 50% ਮਰਦਾਂ ਦੀਆਂ ਹੋਣਗੀਆਂ। ਤੇ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਿਸ ਦਿਨ ਅਸੀਂ ਇਸ ਕਾਬਲ ਬਣ ਗਈਆਂ ਕਿ ਅਸੀਂ ਆਪਣੀ ਲਿਆਕਤ ਦੇ ਬਲਬੂਤੇ ਰਾਜਨੀਤੀ ਦੇ ਵਿੱਚ ਆਈਆਂ, ਤਾਂ ਉਸ ਲਿਆਕਤ ਦੇ ਬਲਬੂਤੇ ਰਾਜਨੀਤੀ ਵਿੱਚ ਆਉਣ ਦੇ ਬਾਅਦ ਇਸ ਦੇਸ਼ ਦੀ ਹਾਲਤ ਹੀ ਹੋਰ ਹੋਏਗੀ। ਜੇ ਇੱਕ ਮਾਂ ਘਰ ਦੇ ਵਿੱਚ ਆਪਣੇ ਘਰ ਨੂੰ ਸੁਚਾਰੂ ਰੂਪ 'ਚ ਚਲਾ ਸਕਦੀ ਹੈ, ਤਾਂ ਰਾਜਨੀਤੀ ਦੇ ਵਿੱਚ ਵੀ ਇੱਕ ਲਿਆਕਤ ਵਾਲੀ ਔਰਤ ਆਪਣੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ। ਉਹ ਨਿਊਜ਼ੀਲੈਂਡ ਦੀ ਜੈਸਿੰਡਾ ਦੇਖੀ ਹੈ ਨਾ, ਬਾਕੀ ਸਾਰੇ ਦੇਸ਼ਾਂ ਤੋਂ, ਪੱਛਮੀ ਦੇਸ਼ਾਂ ਤੋਂ ਵੀ ਜਿੱਥੇ ਜਿੱਥੇ ਮਰਦਾਂ ਦਾ ਰਾਜ ਹੈ, ਕਰੋਨਾ ਦੀ ਮਹਾਮਾਰੀ ਨੂੰ ਠੱਲ ਨਹੀਂ ਪਾ ਸਕੇ, ਲੇਕਿਨ ਜੈਸਿੰਡਾ ਜਿਹੜੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੈ, ਉਹਨੇ ਆਪਣੇ ਬਲਬੂਤੇ ਆਪਣੀ ਲਿਆਕਤ ਦੇ ਸਿਰ ਤੇ ਇਸ ਤਰ੍ਹਾਂ ਮੈਨੇਜ ਕੀਤਾ ਕਿ ਉੱਥੇ ਕਰੋਨਾ ਨੂੰ ਠੱਲ ਪੈ ਗਈ। ਬੇਸ਼ੱਕ ਦੂਜੀ ਲਹਿਰ ਆਈ ਹੈ, ਹਰ ਥਾਂ ਤੇ ਹੀ ਆ ਰਹੀ ਹੈ, ਪਰ ਉਹਨੂੰ ਵੀ ਨਜਿੱਠ ਲੈਣਾ, ਕਿਉਂਕਿ ਉਹ ਇੱਕ ਔਰਤ ਹੈ। ਔਰਤ ਹੋਣ ਦੇ ਨਾਤੇ ਉਹ ਜਾਣਦੀ ਹੈ ਕਿ ਕਿੱਥੇ ਕੀ ਕਰਨਾ ਹੈ। ਸੋ ਭੈਣੋਂ, ਰਾਜਨੀਤੀ ਦੇ ਖੇਤਰ ਵਿੱਚ 33% ਰਾਖਵੀਕਰਨ ਦੀ ਭਿੱਖਿਆ ਨਾ ਮੰਗ ਕੇ ਆਪਣੇ ਆਪ ਨੂੰ ਕਾਬਲ ਬਣਾਈਏ ਤੇ ਫਿਰ ਅਸੀਂ ਰਾਜਨੀਤੀ ਵਿੱਚ ਪਹੁੰਚੀਏ। ਇਹਦੇ ਹਿਸਾਬ ਨਾਲ ਹੀ ਸਾਡੀ ਗੱਲ ਅੱਗੇ ਵੱਧ ਸਕਦੀ ਹੈ। ਵਰਨਾ ਅਸੀਂ ਇਸ ਤਰ੍ਹਾਂ ਹੀ ਹਾਂ ਕਿ ਜਿਸ ਤਰ੍ਹਾਂ क्या पूछते हो हाल मेरे कारोबार का, आईने बेचता हूँ अंधों के शहर में। ਤਾਂ ਅੰਨਿਆਂ ਦੇ ਸ਼ਹਿਰ ਦੇ ਵਿੱਚ ਆਈਨੇ ਵੇਚਣ ਵਾਲੀ ਗੱਲ ਹੈ ਸਾਡੀ ਕਿ ਅਸੀਂ ਕਰ ਕੁਛ ਨਹੀਂ ਸਕਦੇ, ਕਿਉਂਕਿ ਇਹਨਾਂ ਲੋਕਾਂ ਨੂੰ ਸਮਝਾਉਣਾ ਬਹੁਤ ਬੁਰੀ ਹਾਲਤ ਹੁੰਦੀ ਹੈ। ਜਿਹੜਾ ਸਮਝਾਉਂਦਾ ਹੈ ਉਹਨੂੰ ਲੋਕ ਪਾਗਲ ਕਹਿੰਦੇ ਨੇ। ਸੋ ਜੇ ਅਸੀਂ ਆਪਣੇ ਆਪ ਨੂੰ ਕਾਬਲ ਬਣਾਵਾਂਗੇ ਤਾਂ ਹੀ ਅਸੀਂ ਕੁਝ ਸਫਲਤਾ ਇਸ ਖੇਤਰ ਦੇ ਵਿੱਚ ਹਾਸਲ ਕਰ ਸਕਾਂਗੇ। ਸੋ ਇੰਨੀਆਂ ਹੀ ਗੱਲਾਂ ਦੇ ਨਾਲ ਦਿਓ ਇਜਾਜ਼ਤ। ਧੰਨਵਾਦ ਜੀ।